ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਨਕਸਲਵਾਦੀ ਲਹਿਰ ਦਾ ਰੁਝਾਨ 4 ਦਹਾਕਿਆਂ ਤੋਂ ਪੁਰਾਣਾ ਹੈ। ਇਸ ਦੌਰਾਨ ਇਹ ਲਹਿਰ ਕਦੇ ਮੱਠੀ ਅਤੇ ਕਦੇ ਤੇਜ਼ ਹੁੰਦੀ ਰਹੀ ਹੈ। ਇਸ ਲਹਿਰ ਦਾ ਇਲਾਕਾ ਬਦਲਦਾ ਰਿਹਾ ਹੈ। ਇਸ ਵੇਲੇ ਇਸ ਲਹਿਰ ਦਾ ਕੇਂਦਰ ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਦਾ ਜੰਗਲੀ ਇਲਾਕਾ ਹੈ। ਇਸ ਨੂੰ ਨਕਸਲੀ ਲਹਿਰ ਵੀ ਕਿਹਾ ਜਾਂਦਾ ਹੈ ਤੇ ਮਾਓਵਾਦੀ ਲਹਿਰ ਵੀ। ਪਿਛਲੇ ਸਾਲਾਂ ਦੌਰਾਨ ਕੇਂਦਰੀ ਸਰਕਾਰ ਨੇ ਇਸ ਨੂੰ ਸਮਾਜਿਕ ਆਰਥਿਕ ਲਹਿਰ ਕਹਿਣ ਤੋਂ ਬਾਅਦ ਇਸੇ ਨੂੰ ਅੰਦਰੂਨੀ ਸੁਰੱਖਿਆ ਦਾ ਸਭ ਤੋਂ ਵੱਡਾ ਖਤਰਾ ਕਰਾਰ ਦਿੱਤਾ ਹੈ। ਹੁਣ ਨਕਸਲੀਆਂ ਦੇ ਵੱਡੇ ਹਮਲੇ ਤੋਂ ਬਾਅਦ ਇਹ ਚਰਚਾ ਮੁੜ ਕੇ ਛਿੜ ਗਈ ਹੈ ਕਿ ਇਸ ਮੁਹਿੰਮ ਨੂੰ ਕਿਵੇਂ ਸਮਝਿਆ ਜਾਏ ਤੇ ਕਿਵੇਂ ਨਜਿੱਠਿਆ ਜਾਏ। ਪਿਛਲੇ ਦਿਨੀ ਬਸਤਰ ਦੇ ਕਬਾਇਲੀ ਇਲਾਕੇ ਵਿੱਚ ਨਕਸਲਵਾਦੀਆਂ ਨੇ ਕਾਂਗਰਸ ਦੇ ਕਾਫਲੇ ਉੱਤੇ ਘਾਤ ਲਗਾ ਕੇ ਹਮਲਾ ਕੀਤਾ। ਸਿਆਸੀ ਜਲਸਾ ਕਰਕੇ ਪਰਤ ਰਹੇ ਕਾਫਲੇ ਵਿੱਚ ਕਾਂਗਰਸ ਦੇ ਵੱਡੇ ਸੂਬਾਈ ਆਗੂ ਸ਼ਾਮਿਲ ਸਨ। ਇਨ੍ਹਾਂ ਆਗੂਆਂ ਵਿੱਚ ਮਹਿੰਦਰ ਕਰਮਾ, ਨੰਦ ਕੁਮਾਰ ਪਟੇਲ, ਉਦੇ ਮੁੰਡਾਲਿਆਰ ਅਤੇ ਵਿਦਿਆ ਚਰਨ ਸ਼ੁਕਲਾ ਵਰਗੇ ਕੱਦਾਵਰ ਕਾਂਗਰਸੀ ਆਗੂ ਸ਼ਾਮਿਲ ਸਨ। ਇਨ੍ਹਾਂ ਤੋਂ ਬਿਨਾਂ 2 ਹੋਰ ਵਿਧਾਇਕ ਇਸ ਕਾਫਲੇ ਵਿੱਚ ਸ਼ਾਮਿਲ ਸਨ। ਮਹਿੰਦਰ ਕਰਮਾ ਇਸ ਇਲਾਕੇ ਵਿੱਚ ਨਕਸਲੀ ਲਹਿਰ ਖਿਲਾਫ ਲਗਾਤਾਰ ਸਰਗਰਮ ਰਹੇ ਸਨ। ਮਹਿੰਦਰ ਕਰਮਾ ਦੀ ਅਗਵਾਈ ਵਿੱਚ ਸਲਵਾ ਜੂਡਮ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦਾ ਸ਼ਬਦਿਕ ਅਰਥ ਤਾਂ ਅਮਨ ਮੁਹਿੰਮ ਬਣਦਾ ਹੈ, ਪਰ ਇਹ ਹਥਿਆਰਬੰਦ ਮੁਹਿੰਮ ਸੀ ਜਿਸ ਦਾ ਮਕਸਦ ਇਲਾਕੇ ਦੇ ਕਬਾਇਲੀ ਲੋਕਾਂ ਨੂੰ ਨਕਸਲੀ ਪ੍ਰਭਾਵ ਤੋਂ ਬਾਹਰ ਕੱਢਣਾ ਸੀ। ਇਸ ਮੁਹਿੰਮ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਅਤੇ ਸਿਆਸੀ ਸਰਪ੍ਰਸਤੀ ਹਾਸਲ ਸੀ। ਜਦੋਂ ਸਲਵਾ ਜੂਡਮ ਬਾਬਤ ਮਨੁੱਖੀ ਹਕੂਕ ਕਾਰਕੁਨਾਂ ਨੇ ਸਵਾਲ ਕੀਤੇ ਤਾਂ ਸਰਵਉੱਚ ਅਦਾਲਤ ਨੇ ਇਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਇਸ ਨੂੰ ਖਤਮ ਕਰਨ ਦਾ ਹੁਕਮ ਸੁਣਾਇਆ। ਇਸ ਦੌਰਾਨ ਇਹ ਖਬਰਾਂ ਲਗਾਤਾਰ ਚਰਚਾ ਵਿੱਚ ਰਹੀਆਂ ਕਿ ਸਲਵਾ ਜੂਡਮ ਨੇ ਕਬਾਇਲੀ ਲੋਕਾਂ ਉੱਤੇ ਕਿੰਨੀਆਂ ਵਧੀਕੀਆਂ ਕੀਤੀਆਂ। ਹੁਣ ਨਕਸਲੀਆਂ ਨੇ ਮਹਿੰਦਰ ਕਰਮਾ ਨੂੰ ਕਤਲ ਕੀਤਾ ਤਾਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਨੇ। ਇਹ ਸਵਾਲ ਨਕਸਲੀ ਹਿੰਸਾ ਦੇ ਕਾਰਨਾਂ ਤੋਂ ਸ਼ੁਰੂ ਹੋ ਕੇ ਸਲਵਾ ਜੂਡਮ ਵਰਗੀਆਂ ਮੁਹਿੰਮਾਂ ਦੇ ਗੈਰ ਮਨੁੱਖੀ ਪੱਖਾਂ ਤੋਂ ਲੈ ਕੇ ਨਕਸਲਵਾਦ ਖਿਲਾਫ ਢੁਕਵੀਂ ਕਾਰਵਾਈ ਤੱਕ ਨਾਲ ਜੁੜੇ ਹੋਏ ਨੇ। ਸਲਵਾ ਜੂਡਮ ਦੀ ਤਰਜ਼ ਉੱਤੇ ਸਰਕਾਰੀ ਸਰਪ੍ਰਸਤੀ ਵਿੱਚ ਪੰਜਾਬ ਵਿੱਚ ਕੈਟਾਂ ਅਤੇ ਕਸ਼ਮੀਰ ਵਿੱਚ ਇਖਵਾਨੀਆਂ ਨੂੰ ਹਥਿਆਰਬੰਦ ਕੀਤਾ ਗਿਆ ਸੀ। ਇਹ ਸਰਕਾਰੀ ਸਰਪ੍ਰਸਤੀ ਵਿੱਚ ਮਿੱਥੇ ਨਿਸ਼ਾਨਿਆਂ ਉੱਤੇ ਘਾਤਕ ਹਮਲੇ ਕਰਦੇ ਸਨ, ਪਰ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਸੀ। ਇਹ ਇੱਕ ਤਰ੍ਹਾਂ ਸਰਕਾਰੀ ਸਰਪ੍ਰਸਤੀ ਵਿੱਚ ਗੈਰ ਸਰਕਾਰੀ ਹਥਿਆਰਬੰਦ ਦਸਤੇ ਸਨ ਜੋ ਆਵਾਮ ਨੂੰ ਦਹਿਸ਼ਤਜ਼ਦਾ ਕਰਦੇ ਸਨ। ਸਵਾਲ ਇਹ ਹੈ ਕਿ ਸਰਕਾਰ ਵਿਰੋਧੀ ਹਥਿਆਰਬੰਦ ਮੁਹਿੰਮਾਂ ਨੂੰ ਹਰਾਉਣ ਲਈ ਇਹਨਾਂ ਗੈਰ ਸਰਕਾਰੀ ਅਤੇ ਗੈਰ ਜ਼ਿੰਮੇਵਾਰ ਤੱਤਾਂ ਨੂੰ ਹਥਿਆਰ ਦੇ ਕੇ ਖੁੱਲ੍ਹੀ ਛੁੱਟੀ ਦੇਣਾ ਕਿੰਨਾ ਜਾਇਜ਼ ਹੈ। ਇਹ ਸਵਾਲ ਉਸ ਵੇਲੇ ਪੁੱਛਣਾ ਹੋਰ ਜ਼ਰੂਰੀ ਹੈ ਜਦੋਂ ਸਲਵਾ ਜੂਡਮ ਦੀਆਂ ਕਾਰਵਾਈਆਂ ਨੂੰ ਵਡਿਆਇਆ ਜਾ ਰਿਹਾ ਹੈ। ਦੂਜਾ ਸਵਾਲ ਮਨੁੱਖੀ ਹਕੂਕ ਕਾਰਕੁਨਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਨਕਸਲੀ ਹਿੰਸਾ ਬਾਬਤ ਨਰਮੀ ਕਿਉਂ ਵਿਖਾਉਂਦੇ ਨੇ। ਕੀ ਇਹਨਾਂ ਸਵਾਲਾਂ ਨੂੰ ਨਜ਼ਰਅੰਦਾਜ਼ ਕਰਕੇ ਹਥਿਆਰ ਦਾ ਜਵਾਬ ਹਥਿਆਰ ਨਾਲ ਦੇਣਾ ਚਾਹੀਦਾ ਹੈ ਜਾਂ ਸਰਕਾਰ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਆਖਰ ਇਹੋ ਸਰਕਾਰ ਕੁਝ ਸਾਲ ਪਹਿਲਾਂ ਤੱਕ ਨਕਸਲੀ ਮੁਹਿੰਮ ਨੂੰ ਸਮਾਜਿਕ ਅਤੇ ਆਰਥਿਕ ਨਾ ਬਰਾਬਰੀ ਦਾ ਸਿੱਟਾ ਕਰਾਰ ਦਿੰਦੀ ਰਹੀ ਹੈ। ਜਦੋਂ ਵੀ ਨਕਸਲੀ ਇਲਾਕੇ ਵਿੱਚ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਇਹ ਬਹਿਸ ਹਮੇਸ਼ਾ ਛਿੜ ਜਾਂਦੀ ਹੈ। ਮਨੁੱਖੀ ਹਕੂਕ ਕਾਰਕੁਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਸੁਰੱਖਿਆ ਬਲਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਕਿਉਂ ਕਰਦੇ ਨੇ। ਦੂਜੇ ਪਾਸੇ ਕਿਸੇ ਵੀ ਜਮਹੂਰੀ ਮੁਲਕ ਵਿੱਚ ਜਮਹੂਰੀ ਹਕੂਕ ਅਤੇ ਸ਼ਹਿਰੀ ਆਜ਼ਾਦੀਆਂ ਦੀ ਆਪਣੀ ਥਾਂ ਹੈ। ਇਸ ਵੇਲੇ ਦਲੀਲ ਦਿੱਤੀ ਜਾ ਰਹੀ ਹੈ ਕਿ ਜੇ ਸੱਤਾ ਬੰਦੂਕ ਦੀ ਨਲੀ ਵਿੱਚੋਂ ਹੀ ਨਿਕਲਦੀ ਹੈ ਤਾਂ ਬੰਦੂਕਾਂ ਨੂੰ ਹੀ ਗੱਲ ਕਰਨ ਦਿਓ, ਮਤਲਬ ਕਿ ਇਹ ਮਸਲਾ ਸਿਰਫ ਬੰਦੂਕਾਂ ਨਾਲ ਹੀ ਨਿਬੇੜਿਆ ਜਾਏ। ਇਸ ਦੇ ਨਾਲ ਜੁੜਦਾ ਸਵਾਲ ਇਹ ਵੀ ਹੈ ਕਿ ਸਰਕਾਰੀ ਬੰਦੂਕਾਂ ਨਾਲ ਗੈਰ ਸਰਕਾਰੀ ਬੰਦਿਆਂ ਦੀ ਸਰਪ੍ਰਸਤੀ ਕਿੰਨੀ ਕੁ ਜਾਇਜ਼ ਹੈ। ਸਲਵਾ ਜੂਡਮ ਦੀ ਪਿੱਠ ਥਾਪੜਨ ਤੋਂ ਬਾਅਦ ਸਰਕਾਰ ਕੋਲ ਦਹਿਸ਼ਤ ਖਿਲਾਫ ਬੋਲਣ ਦੀ ਨੈਤਿਕ ਦਲੀਲ ਕੀ ਬਚਦੀ ਹੈ। ਇਹਨਾਂ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਰਾਜਵਿੰਦਰ ਸਿੰਘ ਬੈਂਸ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ। ਇਹ ਮਨੁੱਖੀ ਹਕੂਕ ਕਾਰਕੁਨ ਵੀ ਨੇ। ਸ਼ਸ਼ੀਕਾਂਤ, ਜੋ ਪੰਜਾਬ ਪੁਲਿਸ ਦੇ DGP ਰਹੇ ਨੇ। ਸਰਕਾਰ ਵਿਰੋਧੀ ਲਹਿਰਾਂ ਨੂੰ ਇਹਨਾਂ ਨੇ ਨੇੜਿਓਂ ਵੇਖਿਆ ਹੈ। ਡਾਕਟਰ ਧਰਿੰਦਰ ਤਾਇਲ, ਜੋ ਚੰਡੀਗੜ੍ਹ ਤੋਂ ਭਾਜਪਾ ਦੇ ਬੁਲਾਰੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਬੈਂਸ ਸਾਹਿਬ, ਜਦੋਂ ਵੀ ਇੱਦਾਂ ਦਾ ਮੌਕਾ ਆਉਂਦਾ ਹੈ, ਜਿਹੜੇ ਮਨੁੱਖੀ ਹਕੂਕ ਕਾਰਕੁਨ ਨੇ ਉਹ ਇੱਕ ਵਾਰ ਕਟਾਰੇ 'ਚ ਖੜ੍ਹੇ ਹੁੰਦੇ ਨੇ। ਇੱਕ ਵਾਰ ਫਿਰ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਕਿਉਂਕਿ ਜਿਹੜੇ ਮਨੁੱਖੀ ਹਕੂਕ ਕਾਰਕੁਨ ਨੇ ਉਹ ਸੁਰੱਖਿਆ ਬਲਾਂ ਦੀ ਕਾਰਗੁਜ਼ਾਰੀ ਦੇ ਉੱਤੇ ਲਗਾਤਾਰ ਸਵਾਲ ਕਰਦੇ ਨੇ, ਉਹਨਾਂ ਨੂੰ ਉਸ ਕਾਰਨ ਖੁੱਲ੍ਹਾ ਹੱਥ ਨਹੀਂ ਮਿਲਦਾ, ਜਿਸ ਕਾਰਨ ਇਸ ਕਿਸਮ ਦੇ ਮਸਲੇ ਦਰਪੇਸ਼ ਹੁੰਦੇ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਬਹੁਤ ਕੰਪਲੈਕਸ ਸਿਚੁਏਸ਼ਨ ਨੂੰ ਤੁਸੀਂ ਬਲੈਕ ਐਂਡ ਵਾਈਟ ਦੇ ਵਿੱਚ ਕੋਸ਼ਿਸ਼ ਕਰਦੇ ਕੈਚ ਕਰਨ ਦੀ। ਜਦੋਂ ਕੋਈ ਇਹੋ ਜਿਹੀ ਹਾਲਤ ਹੁੰਦੀ ਹੈ, ਹਮੇਸ਼ਾ ਪੁਲਿਸ ਕਹਿੰਦੀ ਸਾਨੂੰ ਪਾਵਰ ਦਿਓ ਤਾਂ ਅਸੀਂ ਫੇਲ ਹੋ ਗਏ। ਦੂਸਰੇ ਪਾਸੇ ਉਹਨਾਂ ਦੀ ਅਟਰੋਸਿਟੀਜ਼ ਆਉਂਦੀਆਂ ਤਾਂ ਉਲਟਾ ਉਹਨਾਂ ਦਾ ਅਟੈਕ ਹੁੰਦਾ ਕਿ ਪੁਲਿਸ ਕਾਨੂੰਨ ਦੇ ਮੁਤਾਬਿਕ ਕੰਮ ਨਹੀਂ ਕਰਦੀ। ਮਗਰ ਜਿੱਥੇ ਬਹੁਤ ਕੰਪਲੈਕਸ ਸਿਚੁਏਸ਼ਨ ਹੋਵੇ ਉੱਥੇ ਸਿੱਧੇ ਸਵਾਲ ਨਹੀਂ ਹੁੰਦੇ, ਉੱਥੇ ਵਾਇਲੈਂਸ ਐਂਡ ਨਾਨ ਵਾਇਲੈਂਸ ਦਾ ਸਵਾਲ ਨਹੀਂ ਹੁੰਦਾ। ਬਹੁਤ ਵਾਰੀ ਇੱਦਾਂ ਹੁੰਦਾ ਕਿ ਵਾਇਲੈਂਸ ਜਿਹੜਾ ਕਰਦਾ ਹੈ ਉਹਦੀ ਮੋਰਲੀ ਇੰਪੈਰੇਟਿਵ ਹੁੰਦੀ, ਜ਼ਰੂਰ ਮਜਬੂਰੀ ਬਣ ਜਾਂਦੀ। ਸੋ ਸਵਾਲ ਵਾਇਲੈਂਸ ਐਂਡ ਨਾਨ ਵਾਇਲੈਂਸ ਦਾ ਨਹੀਂ ਹੈ। ਸਵਾਲ ਹੈ ਕਿ ਔਨ ਦਾ ਸਪੌਟ
ਜਿੱਥੇ ਤੇ ਸਾਡਾ ਲੋਕਤੰਤਰ ਇਫੈਕਟਿਵ ਨਹੀਂ ਹੈ ਉੱਥੇ ਉੱਥੇ ਸਾਡੇ ਟਰਬਲ ਸਪੌਟ ਬਣ ਚੁੱਕੇ ਨੇ ਜੀ। ਜਿੱਥੇ ਇੱਥੇ ਲੋਕਾਂ ਦੇ ਅਧਿਕਾਰ ਇਨਕੁਐਲਿਟੀ ਬਹੁਤ ਜ਼ਿਆਦਾ ਹੈ, ਜਿੱਥੇ ਕੋਈ ਸਿਵਲਾਈਜ਼ਡ ਫੰਕਸ਼ਨਿੰਗ ਡੈਮੋਕ੍ਰੇਸੀ ਨਹੀਂ ਸਾਡੀ ਪਹੁੰਚੀ, ਅਸੀਂ ਦੇਸ਼ ਵਿੱਚ ਦੇਖ ਰਹੇ ਹਾਂ ਉੱਥੇ ਉੱਥੇ ਐਕਸਟ੍ਰੀਮ ਲਹਿਰਾਂ ਉੱਠ ਰਹੀਆਂ ਨੇ। ਤੁਸੀਂ ਕਿਹਾ ਕਿ ਜਿਹੜੀ ਹਿੰਸਾ ਕਈ ਵਾਰ ਕਿਸੇ ਇੱਕ ਧਿਰ ਦੀ ਮਜਬੂਰੀ ਬਣ ਜਾਂਦੀ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਨਕਸਲੀ ਇਸ ਗੱਲ ਦੀ ਦਲੀਲ ਦੇ ਸਕਦੇ ਨੇ ਕਿ ਵੀ ਮਹਿੰਦਰ ਕਰਮਾ ਤੇ ਸਲਵਾਜੁਡਮ ਦੇ ਜੋ ਵੀ ਕਾਰਕੁਨ ਸੀ ਉਹਨਾਂ ਦੇ ਖਿਲਾਫ ਹਿੰਸਾ ਕਰਨਾ ਉਹਨਾਂ ਦੀ ਮਜਬੂਰੀ ਹੈ। ਹੁਣ ਜੋ ਕਾਰਵਾਈ ਨਕਸਲੀਆਂ ਨੇ ਕੀਤੀ ਹੈ ਉਹਦੇ ਖਿਲਾਫ ਹਿੰਸਾ ਕਰਨਾ ਸਰਕਾਰ ਦੀ ਮਜਬੂਰੀ ਹੈ। ਇਹ ਤਾਂ ਫਿਰ ਇੱਕ ਵਿਸ਼ੇਸ਼ ਸਰਕਲ, ਇੱਕ ਚੱਕਰ ਬਣ ਗਿਆ। ਨਹੀਂ, ਮੈਂ ਕਿਸੇ ਦੀ ਵਾਇਲੈਂਸ ਜਸਟੀਫਾਈ ਨਹੀਂ ਕਰ ਰਿਹਾ। ਮੈਂ ਤਾਂ ਕਹਿੰਦਾ ਇਹ ਸਵਾਲ ਕਿ ਨਾਨ ਵਾਇਲੈਂਸ ਹਮੇਸ਼ਾ ਚੰਗੀ ਹੁੰਦੀ ਹੈ ਤੇ ਵਾਇਲੈਂਸ ਹਮੇਸ਼ਾ ਬੁਰੀ ਹੁੰਦੀ ਹੈ, ਇਹ ਬਿਲਕੁਲ ਗਲਤ ਹੈ। ਆਪਣੇ ਆਪ ਨੂੰ ਡਿਫੈਂਡ ਕਰਨਾ, ਜੇ ਤੁਸੀਂ ਉਦੋਂ ਡਿਫੈਂਡ ਨਾ ਕਰੋਗੇ ਤਾਂ ਇਹ ਬਿਲਕੁਲ ਕਾਵਰਡਾਈਜ਼ ਹੋਏਗੀ ਜੀ। ਜੇ ਤੁਹਾਡੇ ਤੇ ਅਟੈਕ ਹੋਏ, ਤੁਹਾਡੇ ਫੈਮਿਲੀ ਦੇ ਅਟੈਕ ਹੋਏ, ਤੁਹਾਡੇ ਬੱਚੇ ਨੂੰ ਲੱਗ ਜਾ ਰਹੇ, ਉਹ ਤੁਸੀਂ ਬਿਲਕੁਲ ਨਾ ਕਰੋ ਤਾਂ ਮੋਰਲੀ ਕਿਸੇ ਤਰੀਕੇ ਨਾਲ ਜਸਟੀਫਾਈ ਨਹੀਂ ਕਰ ਸਕਦੇ, ਆਪਣੀ ਨਾਨ ਵਾਇਲੈਂਸ ਨੂੰ ਤੁਸੀਂ ਐਲੀਵੇਟ ਨਹੀਂ ਕਰ ਸਕਦੇ। ਸਿਮਿਲਰਲੀ ਜਦੋਂ ਹੋਰ ਰਸਤੇ ਅਵੇਲੇਬਲ ਹੋਣ ਫਿਰ ਵੀ ਤੁਸੀਂ ਬੰਦੂਕ ਚੱਕ ਕੇ ਉਹ ਰਸਤਾ ਕੋਸ਼ਿਸ਼ ਕਰੋ ਸੋਲੂਸ਼ਨ ਲੱਭਣਾ, ਉਹ ਵੀ ਮੋਰਲੀ ਜਸਟੀਫਾਈ ਨਹੀਂ ਹੁੰਦੀ। ਹਾਂ, ਜਦੋਂ ਤੁਸੀਂ ਕਾਰਨਰ ਹੋ ਜਾਂਦੇ, ਜਦੋਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਲੱਭਦਾ, ਉਦੋਂ ਐਜ਼ ਅ ਹਿਊਮਨ ਬੀਇੰਗ ਆਪਣੀ ਡਿਗਨਿਟੀ ਨੂੰ ਰੱਖਣ ਲਈ ਜੇ ਤੁਸੀਂ ਬੰਦੂਕ ਚੁੱਕਦੇ ਹੋ ਤਾਂ ਉਹਦੇ ਵਿੱਚ ਮੋਰਲੀ ਕੰਪਲੀਟ ਜਸਟੀਫਿਕੇਸ਼ਨ ਹੈ। ਪਰ ਇਹ ਦਲੀਲ ਵੀ ਤਕਰੀਬਨ ਉੱਥੇ ਹੀ ਚਲੀ ਗਈ ਹੈ ਕਿ ਇੱਕ ਪਾਸੇ ਤੇ ਨਕਸਲੀ ਕਹਿਣਗੇ ਕਿ ਕਿਉਂਕਿ ਅਸੀਂ ਆਪਣੇ ਆਪ ਦੀ ਰੱਖਿਆ ਕਰ ਰਹੇ ਸੀ ਇਸ ਕਰਕੇ ਅਸੀਂ ਹਮਲਾ ਕੀਤਾ, ਹੁਣ ਸਰਕਾਰ ਜੋ ਹਮਲਾ ਕਰੇਗੀ ਉਹਦੇ ਲਈ ਵੀ ਜਿਹੜਾ ਢਾਂਚਾ ਵਾਇਲੈਂਸ ਤੇ ਬੇਸਡ ਹੋਏ ਉਹ ਤਾਂ ਉਹਨਾਂ ਦੀ ਡੇਲੀ ਵਾਇਲੈਂਸ ਹੈ, ਇਹਨਾਂ ਦਾ ਕੋਈ 6 ਮਹੀਨੇ ਬਾਅਦ ਇੱਕ ਵਾਇਲੈਂਸ ਹੈ। ਇੰਨੀ ਵੱਡੀ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਬਹੁਤ ਵਾਰ ਦੇਖ ਚੁੱਕੇ ਹਾਂ, ਚਾਹੇ ਕਸ਼ਮੀਰ ਚਾਹੇ ਪੰਜਾਬ, ਇੱਕ ਤਰ੍ਹਾਂ ਦੀ ਆਫੀਸ਼ੀਅਲ ਡੇਲੀ ਵਾਇਲੈਂਸ ਹੁੰਦੀ ਹੈ। ਜਦੋਂ ਕੰਪਨੀਆਂ ਆਉਂਦੀਆਂ ਤੁਹਾਡੇ ਲੈਂਡ ਲੈ ਲੈਂਦੀਆਂ, ਤੁਹਾਡੇ ਸਾਰੇ ਰਾਈਟਸ ਚੱਲ ਜਾਂਦੇ ਔਰ ਕੋਈ ਲੀਗਲ ਤਰੀਕਾ ਨਹੀਂ ਉਹਨਾਂ ਨੂੰ ਰੋਕਣ ਦਾ। ਜੀ, ਆਪਾਂ ਤਾਂ ਡੈਮੋਕ੍ਰੇਸੀ ਕਹਿ ਰਹੇ ਹਾਂ, ਆਪਣੇ ਗ੍ਰਾਮ ਸਭਾ ਦਾ ਸਭ ਤੋਂ ਵੱਡਾ ਹੱਕ ਹੈ, ਟ੍ਰਾਈਬਲ ਲਾਅ ਬਣ ਚੁੱਕਾ ਹੈ। ਗ੍ਰਾਮ ਸਭਾ ਦੀ ਇਜਾਜ਼ਤ ਤੋਂ ਬਗੈਰ ਉੱਥੇ ਕੋਈ ਨਵਾਂ ਬੰਦਾ ਨਹੀਂ ਆਉਣਾ ਚਾਹੀਦਾ, ਉਹਨਾਂ ਦੀ ਕੋਈ ਧਰਤੀ ਤੇ ਕੋਈ ਨਵੀਂ ਫੈਕਟਰੀ ਨਹੀਂ ਲੱਗਣੀ ਚਾਹੀਦੀ। ਉਹ ਗ੍ਰਾਮ ਸਭਾ ਨੂੰ ਆਪਾਂ ਕਦੀ ਇੰਪਾਵਰ ਨਹੀਂ ਕਰ ਸਕੇ। ਹੁਣ ਕਿਉਂਕਿ ਉਹਨਾਂ ਦੀ ਟਰਬਲ ਨੂੰ ਕਿ ਹੋਰ ਗਰੁੱਪ ਨੇ ਆਪਣੀ ਆਈਡੀਓਲੋਜੀ ਦੇ ਹਿਸਾਬ ਨਾਲ ਉਹਨਾਂ ਨੂੰ ਇਨਫਲੂਐਂਸ ਕਰ ਲਿਆ ਤੇ ਉਹ ਇੱਕ ਆਰਮਡ ਸਟਰਗਲ ਬਣ ਗਈ ਔਰ ਆਰਮਡ ਇੰਸਰਜੈਂਸੀ ਬਣ ਗਈ। ਹੁਣ ਸਾਡਾ ਰਿਸਪੌਂਸ ਜੇ ਤਾਂ ਬਿਲਕੁਲ ਮਿਲਟਰੀ ਲੈਵਲ ਤੇ ਰਹੇਗਾ ਫਿਰ ਤਾਂ ਅਸੀਂ ਇੱਕ ਹੋਰ ਵਿਸ਼ੇਸ਼ ਸਰਕਲ ਪੈਦਾ ਕਰਾਂਗੇ। ਬਟ ਜੇ ਇੱਕ ਸਿਵਲਾਈਜ਼ਡ ਡੈਮੋਕ੍ਰੈਟਿਕ ਸਟੇਟ ਦਾ ਰਿਸਪੌਂਸ ਹੈ ਉਹ ਤਾਂ ਸਿਰਫ ਮਿਲਟਰੀ ਲੈਵਲ ਤੇ ਨਹੀਂ ਹੋ ਸਕਦਾ, ਉਹ ਸਿਰਫ ਵਾਇਲੈਂਸ ਨੂੰ ਵਾਇਲੈਂਸ ਨਾਲ ਕਾਊਂਟਰ ਕਰਨ ਤੇ ਨਹੀਂ ਹੋ ਸਕਦਾ, ਉਹ ਤਾਂ ਇੱਕ ਮੋਰਲ ਜਸਟੀਫਿਕੇਸ਼ਨ ਨਾਲ ਹਰ ਐਸਪੈਕਟ ਮਲਟੀ ਡਾਈਮੈਂਸ਼ਨਲ ਅਪਰੋਚ ਨਾਲ ਹੀ ਸੋਲਵ ਹੋ ਸਕਦੀ ਹੈ। ਜੀ, ਸ਼ਸ਼ੀਕਾਂਤ ਜੀ, ਤੁਸੀਂ ਉਹ ਇਲਾਕੇ ਦਾ ਅਧਿਐਨ ਵੀ ਕੀਤਾ, ਉਹ ਤੋਂ ਬਿਨਾਂ ਤੁਸੀਂ ਪੰਜਾਬ ਤੋਂ ਲੈ ਕੇ ਉੱਥੇ ਤੱਕ ਦੀਆਂ ਸਾਰੀਆਂ ਜਿਹੜੀਆਂ ਐਂਟੀ ਐਸਟੈਬਲਿਸ਼ਮੈਂਟ ਮੂਵਮੈਂਟਸ ਨੇ ਉਹਨਾਂ ਨੂੰ ਨੇੜਿਓਂ ਦੇਖਿਆ ਤੇ ਪੁਲਿਸ ਦੀ ਕਾਰਗੁਜ਼ਾਰੀ ਹਮੇਸ਼ਾ ਦੋ ਕਿਸਮ ਦੇ ਸਵਾਲਾਂ 'ਚ ਰਹੀ ਹੈ। ਪੁਲਿਸ ਹਮੇਸ਼ਾ ਕਹਿੰਦੀ ਰਹੀ ਹੈ ਕਿ ਸਾਨੂੰ ਖੁੱਲ੍ਹਾ ਹੱਥ ਦਿਓ, ਅਸੀਂ ਇਹਨੂੰ ਹੱਲ ਕਰ ਦਾਂਗੇ। ਦੂਜੇ ਪਾਸੇ ਇਹ ਹੈ ਕਿ ਵੀ ਸਾਡੇ ਜੋ ਵੀ ਅਸੀਂ ਕਰ ਰਹੇ ਹਾਂ ਉਹਦੇ 'ਤੇ ਸਵਾਲ ਨਾ ਕਰੋ। ਇਸ ਮੁੱਦੇ 'ਤੇ ਮੁੜ ਕੇ ਫੇਰ ਆ ਰਹੇ ਆ। ਪਹਿਲਾਂ ਤਾਂ ਤੁਸੀਂ ਇਹ ਦੇਖੋ, ਦੱਸੋ ਕਿ ਤੁਸੀਂ ਇਸ ਮੁੱਦੇ ਨੂੰ ਸਮਝਦੇ ਕਿਵੇਂ ਹੋ? ਇਹ ਮੁੱਦਾ ਜਿਹੜਾ ਜਿਸ ਤਰ੍ਹਾਂ ਬੈਂਸ ਸਾਹਿਬ ਨੇ ਕਿਹਾ ਹੈ ਤੇ ਇੱਕੋ ਗੱਲ ਹੈਗੀ ਜਿਹਦੇ 'ਚ ਮੈਂ ਉਹਨਾਂ ਦੇ ਨਾਲ ਐਗਰੀ ਕਰਨਾ ਹੈਗਾ ਕਿ ਮੁੱਦਾ ਜਿਹੜਾ ਹੈਗਾ ਬਹੁਤ ਕੰਪਲੈਕਸ ਹੈਗਾ ਜੀ। ਬਾਕੀ ਜਿਹੜਾ ਬੈਂਸ ਸਾਹਿਬ ਨੇ ਕਿਹਾ ਹੈਗਾ ਸਮਹਾਉ ਦੀ ਅਦਰ ਉਹਦੇ ਨਾਲ ਮੈਂ ਐਗਰੀ ਨਹੀਂ ਕਰਨਾ ਹੈਗਾ ਜੀ। ਬਸਤਰ ਦੇ ਵਿੱਚ ਅੱਜ ਜਿਹੜੀ ਸਿਚੁਏਸ਼ਨ ਹੈਗੀ ਹੈ ਇਹ ਸ਼ੁਰੂ ਹੋਈ ਸੀ ਨਕਸਲਬਾਰੀ ਤੋਂ ਜੀ। ਚਾਰੂ ਮਜੁਮਦਾਰ ਜੀ ਤੇ ਉਹਨਾਂ ਦੇ ਸਾਨਿਆਲ ਜੀ, ਉਹ ਸਾਰੇ ਜਿਹੜੇ ਹੈਗੇ ਨੇ ਕਿਸੇ ਵੇਲੇ ਯੁਵਾ ਪੀੜ੍ਹੀ ਦੇ ਆਈਡਲਿਸਟ ਹੁੰਦੇ ਸਨ। ਆਮ ਟਾਕਿੰਗ ਆਫ ਲੇਟ 60s ਅਰਲੀ 70s ਜਦੋਂ ਕਿ ਪੰਜਾਬ ਤੱਕ ਨਕਸਲਵਾਦ ਆ ਗਿਆ ਸੀ ਜੀ। ਸਮਹਾਉ ਦੀ ਅਦਰ ਜਿਹੜੀ ਮਾਓਇਸਟ ਥਿੰਕਿੰਗ ਰਹੀ ਹੈਗੀ ਹੈ ਉਹਦੇ 'ਚ ਵਾਇਲੈਂਸ ਦਾ ਹਮੇਸ਼ਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਰਿਹਾ ਹੈਗਾ ਜੀ। ਇਹ ਜਦੋਂ ਮੂਵਮੈਂਟ ਸਟਾਰਟ ਹੋਇਆ ਸੀ, ਦੋ ਪੱਖ ਵੀ ਹੋ ਸਕਦੇ ਨੇ ਕਿ ਇੱਕ ਪਾਸੇ ਤਾਂ ਉਸ ਵਿਚਾਰਧਾਰਾ ਦੇ ਵਿੱਚ ਹੀ ਹਿੰਸਾ ਦਾ ਬਹੁਤ ਅਹਿਮ ਰੋਲ ਰਿਹਾ ਹੋਵੇ, ਦੂਜੀ ਗੱਲ ਕਿ ਜਿਹੜੀ ਦੂਜੀ ਧਿਰ ਹੈ, ਕਿਉਂਕਿ ਤੁਸੀਂ ਦੂਜੀ ਧਿਰ ਦੇ ਵਿੱਚੋਂ ਆ, ਅਸੀਂ ਵੀ ਇਸ ਗੱਲ ਦੀ ਚੋਣ ਕਰਾਂਗੇ ਕਿ ਅਸੀਂ ਤੁਹਾਡੀ ਕਿਹੜੀ ਗੱਲ ਨੂੰ ਸਾਰਿਆਂ ਨਾਲੋਂ ਵੱਧ ਤਰਜੀਹ ਦੇਵਾਂਗੇ। ਬਿਲਕੁਲ ਠੀਕ ਹੈਗਾ, ਬਿਲਕੁਲ ਠੀਕ ਹੈਗਾ। ਇਹਨਾਂ ਦੀ ਆਈਡੀਓਲੋਜੀ ਜਿਹੜੀ ਹੈਗੀ ਹੈ, ਮਾਓਇਸਟ ਗਰੁੱਪ ਜਿਹੜਾ ਹੈਗਾ, ਇਹਨਾਂ ਦੀ ਪੂਰੀ ਵਾਇਲੈਂਸ ਬੇਸਡ ਹੈਗੀ ਹੈ ਜੀ। ਨਕਸਲਬਾਰੀ ਤੋਂ ਸ਼ੁਰੂ ਹੋਇਆ, ਸਾਰਿਆਂ ਤੋਂ ਜ਼ਿਆਦਾ ਪਹਿਲੇ ਜਾ ਕਰਕੇ ਸ਼ੁਰੂ ਹੋ ਗਿਆ ਆਂਧਰਾ ਪ੍ਰਦੇਸ਼ ਪੀਪਲਸ ਵਾਰ ਗਰੁੱਪ ਆ ਗਏ ਜੀ। ਇਹ ਜਦੋਂ ਆਏ ਹੈਗੇ ਨੇ, ਅਨਫੋਰਚੂਨੇਟਲੀ ਜਦੋਂ ਕੀ ਹੁੰਦਾ ਜਿਹੜੀ ਪੜ੍ਹੀ ਲਿਖੀ ਪੀੜ੍ਹੀ ਹੁੰਦੀ ਹੈ, ਜਿਹੜੀ ਕਿ ਇੰਟੈਲੈਕਚੁਅਲ ਹੈਗੀ ਹੈ, ਜਿਹੜੇ ਕਿ ਆਪਣੇ ਰਾਈਟਸ ਦੇ ਬਾਰੇ ਪੂਰੀ ਚੇਤਨ ਹੈਗੀ ਹੈ, ਜਿਹਨੂੰ ਪਤਾ ਹੈਗਾ ਸਾਡੇ ਕੀ ਰਾਈਟਸ ਹੈਗੇ ਨੇ, ਤੇ ਉਹਨਾਂ ਨੂੰ ਜਦੋਂ ਲੱਗਦਾ ਹੈਗਾ ਕਿ ਸਾਡੇ ਉੱਤੇ ਅਤਿਆਚਾਰ ਹੋ ਰਿਹਾ ਹੈ, ਸਾਡੀ ਗੱਲ ਨੂੰ ਨਹੀਂ ਸੁਣਿਆ ਜਾ ਰਿਹਾ ਹੈਗਾ, ਜਿਹੜਾ ਫਰਸਟ੍ਰੇਸ਼ਨ ਇੱਕ ਇੰਟੈਲੈਕਚੁਅਲ ਦੇ ਵਿਚਕਾਰ ਆਉਂਦਾ ਹੈਗਾ ਉਹ ਇੱਕ ਆਮ ਬੰਦੇ ਦੇ ਫਰਸਟ੍ਰੇਸ਼ਨ ਤੋਂ ਬਿਲਕੁਲ ਵੱਖ ਹੁੰਦਾ ਹੈਗਾ ਜੀ। The same thing which had happened in Latin American countries also, from where this guerrilla warfare concept ਵਗੈਰਾ ਜਿਹੜੀ ਹੈਗੀਆਂ ਸ਼ੁਰੂ ਹੋਈਆਂ ਸਨ। ਗੱਲ ਹਮੇਸ਼ਾ ਸ਼ੁਰੂ ਹੁੰਦੀ ਹੈਗੀ ਹੈ ਇੰਡੀਆ ਦੇ ਵਿੱਚ ਫਰੋਮ ਲੈਂਡ, ਬੇਸਿਕ ਲੈਂਡ, ਫਾਰਮਰ ਜਿਹੜਾ ਹੈਗਾ ਤਬਕਾ ਅਨਪੜ੍ਹ ਹੈਗਾ ਹੈ, ਉਹ ਆਪਣੀ ਜਿਹੜੀ ਪ੍ਰੋਬਲਮਸ ਹੈਗੀਆਂ ਨੇ, ਛੋਟੀ ਮੋਟੀ ਪਾਣੀ ਦੀ ਸਮੱਸਿਆ ਹੈਗੀ ਹੈ, ਉਹਦਾ ਵੱਟ ਕਿਸੇ ਨੇ ਕੱਟ ਲਿੱਤੀ, ਕੁਛ ਕਰ ਲਿੱਤੀ, ਉਹਦੇ ਲਈ ਜਸਟਿਸ ਦੀ ਉਮੀਦ ਕਰਦਾ ਹੈਗਾ, ਉਹਨੂੰ ਸਮਹਾਉ ਦੀ ਅਦਰ ਕਦੇ ਜਸਟਿਸ ਨਹੀਂ ਮਿਲਿਆ।
ਇਸ ਕਰਕੇ ਉੱਥੇ ਦੀ ਜਿਹੜੀ ਪੜ੍ਹੀ ਲਿਖੀ ਪੀੜ੍ਹੀ ਹੈਗੀ, ਜਿਹੜੇ ਬੱਚੇ ਸਨ, ਉਹਨਾਂ ਨੇ ਇਸ ਗੱਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜਾ ਮਾਓਇਸਟ ਦਾ ਤਰੀਕਾ ਹੈਗਾ, ਕਿ ਜਿਹੜਾ ਹਥਿਆਰ ਚੱਕਣ ਦਾ ਤਰੀਕਾ ਹੈਗਾ, ਅਸਲੀ ਤਰੀਕਾ ਉਹ ਹੈਗਾ। ਉਹਨਾਂ ਨੇ ਉਹ ਚੱਕਿਆ। ਸਾਡੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਬੜੀ ਜ਼ਬਰਦਸਤ ਫੇਲਿਅਰ ਰਹੀ ਕਿ ਉਹ ਇਸ ਇੰਪੋਰਟੈਂਟ ਚੀਜ਼ ਨੂੰ ਨਹੀਂ ਦੇਖ ਸਕੇ, ਨਹੀਂ ਸਮਝ ਸਕੇ। ਇਹ ਗੱਲਾਂ ਜਿਹੜੀ ਹੈਗੀਆਂ ਨੇ ਉਸੇ ਵੇਲੇ ਦੀ ਜਿਹੜੀ ਹੁਕੂਮਤ ਹੈਗੀ ਹੈ, ਉਹਨਾਂ ਨੂੰ ਗੱਲਬਾਤ ਕਰਕੇ ਇਹਨੂੰ ਸੌਰਟ ਆਊਟ ਕਰਕੇ। ਇੱਕ ਗੱਲ ਜਿਹੜੀ ਮੈਂ ਤੁਹਾਨੂੰ ਵਿੱਚੋਂ ਟੋਕ ਕੇ ਪੁੱਛਣੀ ਚਾਹੁੰਦਾ ਕਿ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੀ ਜਿਹੜੀ ਸਰਕਾਰ ਹੈ ਉਹਨਾਂ ਦੇ ਬੁਨਿਆਦੀ ਮਸਲਿਆਂ ਨੂੰ, ਜਿਹੜਾ ਪਾਣੀ ਤੋਂ ਲੈ ਕੇ ਕਿਸਾਨ ਦੀ ਵੱਟ ਤੱਕ ਵਾਲਾ ਕੋਈ ਵੀ ਮਸਲਾ ਹੋ ਸਕਦਾ ਹੈ, ਉਹਨਾਂ ਨੂੰ ਹੱਲ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈ, ਇਹ ਇੱਕ ਜਾਇਜ਼ ਮਸਲਾ ਤੁਸੀਂ ਮੰਨਦੇ ਹੋ? ਉਹ ਤੋਂ ਬਾਅਦ ਉਹਨੂੰ ਹੱਲ ਕਰਨ ਦਾ ਤਰੀਕਾ ਵੱਖਰਾ ਹੋ ਸਕਦਾ ਹੈ, ਮੁੱਦਾ ਤੁਸੀਂ ਬੁਨਿਆਦੀ ਮੁੱਦੇ ਦੇ ਨਾਲ ਤੁਸੀਂ ਸਹਿਮਤ ਹੋ? ਹਾਂਜੀ ਹਾਂਜੀ। ਦਰਿੰਦਰ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਇਸ ਪ੍ਰੋਗਰਾਮ ਤੇ ਵੀ ਸ਼ਾਇਦ ਸਟਾਰਟ ਇਸੇ ਗੱਲ ਤੋਂ ਕਰਨਾ ਚਾਹੀਦਾ ਕਿ ਜਿਹੜੇ ਲੋਕਾਂ ਦੀ ਜਾਨ ਗਈ ਹੈ, ਆਪਾਂ ਨੂੰ ਸਾਰੇ ਐਕਟ ਨੂੰ ਕੰਡੈਮ ਕਰਨਾ ਚਾਹੀਦਾ ਪੂਰੀ ਤਰ੍ਹਾਂ ਦੇ ਨਾਲ ਜੀ, ਤੇ ਉਹਨਾਂ ਦੇ ਨਾਲ, ਉਹਨਾਂ ਦੇ ਪਰਿਵਾਰਾਂ ਦੇ ਨਾਲ ਸਿੰਪੈਥਾਈਜ਼ ਕਰਨਾ ਚਾਹੀਦਾ ਜੀ। ਅੱਗੇ ਚੱਲਦੇ ਇੱਕ ਚੀਜ਼ ਬੜੀ ਕਲੀਅਰ ਹੈ ਕਿ ਸਾਡੇ ਪ੍ਰਕਾਸ਼ ਜਾਵੜਕਰ ਜੀ ਨੇ ਵੀ ਕਿਹਾ ਕਿ ਦਿਸ ਇਜ਼ ਨਾਓ ਵਾਰ ਜੀ। ਇਹ ਜਿਹੜਾ ਹੋਇਆ ਐਂਡ ਦਿਸ ਇਜ਼ ਅ ਵਾਰ ਔਨ ਡੈਮੋਕ੍ਰੇਸੀ ਜੀ। ਇਹ ਕਿਸੇ ਵਿਅਕਤੀ ਵਿਸ਼ੇਸ਼ ਤੇ ਅਟੈਕ ਨਹੀਂ ਹੋਇਆ, ਚਾਹੇ ਜਿਹੜੀ ਇਹਨਾਂ ਦੀ ਗੁਰਿਲਾ ਆਰਮੀ ਹੈ ਉਹ ਕਹਿਣ ਕਿ ਅਸੀਂ ਤੇ ਟਾਰਗੇਟ ਕਰਕੇ ਇਹਨਾਂ ਬੰਦਿਆਂ ਤੇ ਅਟੈਕ ਕੀਤਾ, ਲੇਕਿਨ ਐਂਡ ਆਫ ਦਾ ਡੇ ਉਹ ਜਿਹੜਾ ਅਟੈਕ ਹੈ ਉਹ ਡੈਮੋਕ੍ਰੇਸੀ ਦੇ ਉੱਤੇ ਅਟੈਕ ਹੈ, ਤੇ ਉਸ ਨੂੰ ਉਸੇ ਹਿਸਾਬ ਦੇ ਨਾਲ ਹੀ ਉਸ ਨੂੰ ਟੇਕ ਅਪ ਕਰਨਾ ਪਏਗਾ। ਸ਼ਸ਼ੀ ਕਾਂਤ ਜੀ ਨੇ ਗੱਲ ਕਹੀ ਹੈ ਕਿ ਜਦੋਂ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਸਾਡੀ ਜਮਹੂਰੀਅਤ ਦੇ ਉੱਤੇ ਇਹ ਹਮਲਾ ਹੈ, ਉਹੀ ਜਮਹੂਰੀਅਤ ਉਹਨਾਂ ਦੀ ਲਈ ਜਮਹੂਰੀਅਤ ਨਹੀਂ ਬਣ ਸਕੀ, ਇੱਕ ਬੁਨਿਆਦੀ ਕਾਰਨ ਹੋ ਰਿਹਾ ਹੈ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਿਹੜਾ ਇਹ ਸਾਰਾ ਏਰੀਆ ਹੈ ਡੀਕੇ ਏਰੀਆ ਜੀ, ਡੰਡਾ ਕਰਨਾ ਏਰੀਆ ਕਹਿੰਦੇ ਜਿਹਨੂੰ, ਹਾਂਜੀ, ਇਹ ਸਾਰਾ ਏਰੀਆ ਸਿਰਫ ਛੱਤੀਸਗੜ੍ਹ ਵਿੱਚ ਲਿਮਿਟਿਡ ਨਹੀਂ ਹੈ ਜੀ। ਛੱਤੀਸਗੜ੍ਹ ਹੈ, MP, ਉੜੀਸਾ, ਮਹਾਰਾਸ਼ਟਰ, ਸਾਰੇ ਏਰੀਆ ਨੂੰ ਕਵਰ ਕਰਦਾ ਜੀ। ਤੇ ਜੋ ਉਹਨਾਂ ਦੀ ਅੱਜ ਸਪੋਕਸਪਰਸਨ ਦੀ ਅੱਜ ਜੋ ਸਟੇਟਮੈਂਟ ਆਈ ਹੈ, ਮਿਸਟਰ ਗੁਡਸਾ ਸ਼ਾਇਦ ਜੀ, ਉਹਨਾਂ ਦੀ ਜੋ ਸਟੇਟਮੈਂਟ ਆਈ ਹੈ, ਉਹ ਸਟੇਟਮੈਂਟ ਨੂੰ ਬਿਟਵੀਨ ਦ ਲਾਈਨਸ ਤੁਸੀਂ ਪੜ੍ਹੋ ਤੇ ਇਹੀ ਕਿਹਾ ਗਿਆ ਕਿ ਜੇ ਇਹ ਇਲਾਕਾ ਸਾਡਾ, ਜੇ ਤੁਸੀਂ ਇਹਦੇ 'ਚ ਇੰਟਰਫੇਅਰ ਕਰੋਗੇ ਤੇ ਅਸੀਂ ਇੱਦਾਂ ਹੀ ਰਿਟੈਲੀਏਟ ਕਰਾਂਗੇ ਜੀ। ਕੀ ਅਸੀਂ ਇਹ ਟੋਲਰੇਟ ਕਰ ਸਕਾਂਗੇ ਕਿ ਸਾਡੇ ਦੇਸ਼ ਦਾ ਅਸੀਂ ਇੱਕ ਇਲਾਕਾ ਚੁੱਕ ਕੇ ਤੇ ਕਿਸੇ ਨੂੰ ਦੇ ਦਿੱਤਾ ਹੈ ਜੀ? ਤੇ ਇਹਦੇ ਪਿੱਛੇ ਇਹ ਵੀ ਨਹੀਂ ਕਿ ਇਹ ਲੋਕ ਬਿਲਕੁਲ ਜ਼ਮੀਨ ਚੋਂ ਨਿਕਲੇ ਨੇ। ਇਹ ਫੀਲਿੰਗ ਹੈ ਕਿ ਸਾਡੇ ਹੋ ਸਕਦਾ ਕੁਝ ਐਸੇ ਮੁਲਕ ਹੋਣ ਜਿਹੜੇ ਆਪਣੀ ਐਂਬੀਸ਼ਨਸ ਨੂੰ ਸਾਡੇ ਦੇਸ਼ ਦੇ ਵਿੱਚ ਲਗਾਉਣਾ ਚਾਹੁੰਦੇ ਹੋਣ। ਇਹਨੂੰ ਬੈਕ ਕਰ ਰਹੇ ਜਿਹੜੇ ਬਿਆਨ ਦਾ ਤੁਸੀਂ ਹਵਾਲਾ ਦਿੱਤਾ, ਜਿਹੜਾ CPI ਮਾਓਇਸਟ ਦਾ ਬਿਆਨ ਆਇਆ, ਜਿਹੜਾ BBC ਦੀ ਵੈਬਸਾਈਟ ਦੇ ਉੱਤੋਂ ਮੈਂ ਦੇਖਿਆ, ਉਹਦੇ ਵਿੱਚ ਉਹਨਾਂ ਨੇ ਕੁਝ ਤੱਥ ਲਿਖੇ ਨੇ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਵੀ ਮਹਿੰਦਰ ਕਰਮਾ ਉਹ ਤੇ ਉਹਦਾ ਗਰੁੱਪ ਤਕਰੀਬਨ 1000 ਕਤਲਾਂ ਲਈ ਜ਼ਿੰਮੇਵਾਰ ਹੈ। ਉਹਨਾਂ ਨੇ 640 ਪਿੰਡ ਉਜਾੜੇ ਨੇ, ਹਜ਼ਾਰਾਂ ਘਰਾਂ ਦੀ ਉਹਨਾਂ ਨੇ ਲੁੱਟਮਾਰ ਕੀਤੀ ਹੈ। ਉੱਥੇ ਉਹਨਾਂ ਦੀ ਸਾਰਿਆਂ ਨਾਲੋਂ ਵੱਡੀ ਜਾਇਦਾਦ ਮੁਰਗੇ ਤੇ ਬੱਕਰੇ ਨੇ, ਜਿਹੜੇ ਉਹਨਾਂ ਨੇ ਬਿਨਾਂ ਕਿਸੇ ਨੂੰ ਪੁੱਛੇ ਦੱਸੇ ਚੱਕੇ ਨੇ। 50,000 ਤੋਂ ਜ਼ਿਆਦਾ ਲੋਕਾਂ ਨੂੰ ਜ਼ਬਰਦਸਤੀ ਸੁਰੱਖਿਆ ਕੈਂਪਾਂ ਵਿੱਚ ਲਿਆ ਕੇ ਰੱਖਿਆ ਗਿਆ। ਤੁਸੀਂ ਇਹਨੂੰ ਜਾਇਜ਼ ਮੰਨਦੇ ਹੋ? ਨਹੀਂ, ਇਸ ਦੀ ਗੱਲ ਇਹ ਹੈ ਕਿ ਜੇ ਇਹ ਇੱਕ ਪਾਸੇ ਦੀ ਗੱਲ ਹੋ ਗਈ, ਪਹਿਲੀ ਗੱਲ ਤੇ ਇਹ ਕਿੰਨਾ ਕੁ ਆਥੈਂਟਿਕ ਡੇਟਾ ਹੈ ਜੀ, ਇਹ ਦੇਖਣ ਵਾਲੀ ਗੱਲ ਹੈ। ਦੂਸਰਾ, ਉਹਨਾਂ ਨੇ ਕੀ ਕੀਤਾ, ਹੁਣੇ ਸ਼ਸ਼ੀ ਕਾਂਤ ਜੀ ਨੇ ਗੱਲ ਪੰਜਾਬ ਦੀ ਕੀਤੀ ਜੀ, ਠੀਕ ਹੈ। ਪੰਜਾਬ ਦੇ ਵਿੱਚ ਵੀ ਲੇਟ 60s ਦੇ ਵਿੱਚ ਇਹ ਸਾਰੀ ਪ੍ਰੋਬਲਮ ਸੀ ਕਿ ਉਹ ਪ੍ਰੋਬਲਮ ਦਾ ਵੀ ਰੂਟ ਕਾਜ਼ ਕਿਤੇ ਮਹਿੰਦਰ ਕਰਮਾ ਸੀਗੇ ਜੀ, ਲੇਕਿਨ ਉਹ ਪ੍ਰੋਬਲਮ ਉਰੇ ਵੀ ਆਈ ਜੀ। ਸੋ ਇਹਦੇ ਪਿੱਛੇ ਇਟ ਇਜ਼ ਅ ਡੀਪ ਰੂਟਡ ਪ੍ਰੋਬਲਮ ਜੀ, ਜਿਹਦਾ ਸੋਲੂਸ਼ਨ ਵੀ ਡੀਪ ਰੂਟਡ ਹੀ ਨਿਕਲੇਗਾ। ਜਿੱਦਾਂ ਬੈਂਸ ਸਾਹਿਬ ਨੇ ਵੀ ਕਿਹਾ ਕਿ ਸਿੰਪਲ ਸੋਲੂਸ਼ਨਸ ਨਹੀਂ ਹੈਗੇ ਆ ਐਂਡ ਬਲੈਕ ਐਂਡ ਵਾਈਟ ਸੋਲੂਸ਼ਨਸ ਦੋਨੋਂ ਨਹੀਂ ਹੈ ਜੀ। ਤਰਿੰਦਰ ਜੀ, ਤੁਸੀਂ ਤਕਰੀਬਨ ਸਾਰੇ ਇਸ ਗੱਲ ਨਾਲ ਸਹਿਮਤ ਹੋ ਕਿ ਇਹ ਜਿਹੜਾ ਮਸਲਾ ਹੈ ਬਹੁਤ ਪੇਚੀਦਾ ਹੈ, ਇਹਦਾ ਕੋਈ ਸਿੱਧਾ ਹੱਲ ਨਹੀਂ ਹੋ ਸਕਦਾ, 2+2 4 ਵਾਲੀ ਗੱਲ ਨਹੀਂ ਹੈਗੀ ਆ। ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਉਦੋਂ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਲਵਾ ਜੁਡਮ ਵਰਗੀ, ਜਿਹਨੂੰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇਹਨੂੰ ਡਿਸਬੈਂਡ ਕੀਤਾ ਜਾਵੇ, ਇਹ ਠੀਕ ਨਹੀਂ ਹੈ, ਉਹ ਉਸ ਵਰਗੇ ਜਿਹੜੇ ਹੱਥਕੰਡੇ ਜਦੋਂ ਸਰਕਾਰ ਅਪਣਾਉਂਦੀ ਹੈ, ਉਹ ਤਾਂ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਬਹੁਤ ਕਰੂੜ ਕਿਸਮ ਦਾ ਕੰਮ ਨਹੀਂ ਕਰ ਰਹੀ। ਇੱਕ ਸਟੇਟ ਸਪਾਂਸਰਡ ਟੈਰਰਿਜ਼ਮ ਉਹਨੂੰ ਕਿਉਂ ਨਹੀਂ ਕਿਹਾ ਜਾ ਸਕਦਾ? ਮੈਂ ਤੇ ਉਹਨੂੰ ਸਟੇਟ ਸਪਾਂਸਰਡ ਟੈਰਰਿਜ਼ਮ ਨਹੀਂ ਕਹਾਂਗਾ ਜੀ। ਤੁਸੀਂ ਕੀ ਕਹੋਗੇ ਉਹਨੂੰ? ਮੈਂ ਦੇਖੋ, ਵਾਟ ਇਜ਼ ਸਲਵਾ ਜੁਡਮ? ਸਲਵਾ ਜੁਡਮ ਇਜ਼ ਮਾਰਚ ਟੂ ਪੀਸ ਜੀ, ਜਦੋਂ ਲਿਟਰਲ ਮੀਨਿੰਗ ਹੈ ਇਟ ਇਜ਼ ਮਾਰਚ ਟੂ ਪੀਸ। ਜੇ ਲੋਕਾਂ ਦੇ ਉੱਤੇ ਅਤ ਹੋ ਰਹੀ ਹੈ ਤੇ ਲੋਕ ਖੜੇ ਹੋ ਰਹੇ ਹੈ ਜੀ, ਠੀਕ ਹੈ, ਤੇ ਕੀ ਲੋਕਾਂ ਨੂੰ ਇਹ ਹੱਕ ਵੀ ਨਹੀਂ, ਜਿੱਦਾਂ ਹੁਣ ਥੋੜੀ ਦੇਰ ਪਹਿਲਾਂ ਬੈਂਸ ਸਾਹਿਬ ਨੇ ਕਿਹਾ ਕਿ ਹਰ ਚੀਜ਼ ਦਾ ਸੋਲੂਸ਼ਨ ਨਾਨ ਵਾਇਲੈਂਸ ਨਹੀਂ, ਕਿ ਮੇਰੇ ਬੱਚੇ ਨੂੰ ਕੋਈ ਚੱਕ ਕੇ ਲਿਜਾ ਰਿਹਾ ਤੇ ਮੈਂ ਕਹਾਂ ਮੈਂ ਤੇ ਨਾਨ ਵਾਇਲੈਂਟ ਹਾਂ, ਸ਼ਾਇਦ ਉਹ ਵੀ ਠੀਕ ਨਹੀਂ ਹੈ। ਜੇ ਲੋਕ ਖੜੇ ਹੋ ਰਹੇ ਆ ਤੇ ਲੋਕ ਖੜੇ ਕਿਉਂ ਨਾ ਹੋਣ ਜੀ? ਮੇਰੇ ਖਿਆਲ ਲੋਕਾਂ ਨੂੰ ਪੂਰਾ ਹੱਕ ਹੈ ਕਿ ਲੋਕਾਂ ਨੂੰ ਜੇ ਸਰਕਾਰ ਹਥਿਆਰ ਦੇ ਰਹੀ ਹੈ, ਹਥਿਆਰਾਂ ਦੀ ਸਿਖਲਾਈ ਦੇ ਰਹੀ ਹੈ, ਤੇ ਉਹ ਜਾਇਜ਼ ਹੈ। ਦੇਖੋ, ਉਹ ਸੁਪਰੀਮ ਕੋਰਟ ਨੇ
ਇਹ ਕਿਹਾ ਕਿ ਵੀ ਤੁਸੀਂ ਇਹਨੂੰ ਰਹਿਣ ਦਿਓ ਤੇ ਉਹ ਗੱਲ ਖਤਮ ਹੋ ਗਈ। ਜੇ ਉਹ 2011 ਦੇ ਸੁਪਰੀਮ ਕੋਰਟ ਨੇ ਉਸ ਨੂੰ ਬਿਆਨ ਕੀਤਾ ਸੀਗਾ ਤੇ ਅੱਜ 2013 ਹੋ ਗਈ ਤੇ ਮਹਿੰਦਰ ਕਰਮਾ ਜੀ ਅੱਜ ਤੱਕ ਉਹਦੇ ਚ ਰਿਸਪੌਂਸਿਬਲ ਸੀਗੇ ਜੀ। ਬੈਂਸ ਸਾਹਿਬ ਤੁਸੀਂ ਕੀ ਕਹਾਂਗੇ, ਕਿਉਂਕਿ ਇਹ ਜਿਹੜਾ ਮਸਲਾ ਹੈ ਇਹ ਸਿਰਫ ਉੱਥੇ ਤੱਕ ਮਹਿਦੂਦ ਨਹੀਂ ਹੈ। ਪੰਜਾਬ ਦੇ ਵਿੱਚ ਅਸੀਂ ਦੇਖਿਆ, ਪੰਜਾਬ ਦੇ ਵਿੱਚ ਆਪਾਂ ਕੈਟ ਕਹਿੰਦੇ ਰਹੇ, ਜੰਮੂ ਕਸ਼ਮੀਰ ਦੇ ਵਿੱਚ ਅਸੀਂ ਦੇਖਿਆ, ਤੁਸੀਂ ਕੀ ਕਹੋਗੇ? ਇਨਫੈਕਟ ਇਹ ਸੁਪਰੀਮ ਕੋਰਟ ਨੇ ਬਹੁਤ ਸੋਹਣਾ ਡੀਲ ਕੀਤਾ ਹੈ। ਜਦੋਂ ਕੋਈ ਆਰਗੇਨਾਈਜ਼ ਇਨਸਰਜੈਂਸੀ ਜਾਂ ਡਿਸਟਰਬੈਂਸ ਹੁੰਦੀ ਹੈ, ਹੁਣ ਸਰਕਾਰ ਦਾ ਰਿਸਪੌਂਸ ਹੈ ਟ੍ਰੇਨਡ ਪੁਲਿਸ ਫੋਰਸ ਨੂੰ ਇਨਵੈਸਟ ਕਰਕੇ ਟ੍ਰੇਨਡ ਆਰਮੀ ਪੁਲਿਸ ਨੂੰ ਉਹ ਪੇਸ਼ ਕਰੇ, ਤਾਂ ਕਿ ਦੇ ਆਰ ਟ੍ਰੇਨਡ ਫॉर व्हाट, ਅਨਕੰਟਰੋਲਡ ਰਿਵੈਂਜੈਂਸ ਨਹੀਂ ਕਰਦੇ ਜੀ। A trained police force will go only up to the level necessary as per law. ਕਾਨੂੰਨ ਦੇ ਮੁਤਾਬਿਕ ਜਿੰਨੇ ਕੁ ਵਾਇਲੈਂਸ ਦੀ ਲੋੜ ਹੈ ਉਹ ਕੀਤੀ ਜਾਂਦੀ ਹੈ। ਜੇ ਤੁਸੀਂ ਬਿਲਕੁਲ ਅਨਟ੍ਰੇਨਡ ਬੰਦੇ ਨੂੰ ਫੜਾ ਦੋਗੇ ਕਿ ਭਾਈ ਤੂੰ ਬਦਲਾ ਲੈ, ਤਾਂ ਦੈਨ ਇਟ ਬਿਕਮਸ ਬਦਲਾ, ਵੈਂਜੈਂਸ, ਰਿਵੈਂਜ, ਕਤਲੇਆਮ। ਇਹਦਾ ਮਤਲਬ ਤੁਹਾਨੂੰ ਉਸ ਏਰੀਆ ਦੇ ਲੋਕਾਂ ਨਾਲ ਕੋਈ ਪਿਆਰ ਨਹੀਂ, ਤੁਸੀਂ ਉਹਨਾਂ ਨੂੰ ਸਮਝਦੇ ਨਹੀਂ ਕਿ ਹਿੰਦੁਸਤਾਨ ਦੇ ਨਾਗਰਿਕ ਹੈ। ਤੁਸੀਂ ਕਹੋ ਤੁਸੀਂ ਫੜੋ, ਦੇਖਦੇ ਹਾਂ ਕੌਣ ਜਿੱਤਦਾ ਜੀ। ਐਂਡ ਜਦੋਂ ਤੁਸੀਂ ਜਿੱਦਾਂ ਗੈਂਗ ਵਾਰ ਵਿੱਚ ਅਸੀਂ ਕਹਿੰਦੇ ਕਈ ਵਾਰੀ ਕਹਿੰਦੇ ਦੋਨੋਂ ਗੈਂਗ ਇੱਕ ਦੂਜੇ ਨੂੰ ਮਾਰ ਦੇਣਗੇ ਤਾਂ ਅਲਟੀਮੇਟਲੀ ਪੁਲਿਸ ਬਾਅਦ ਚ ਆਏਗੀ ਤਾਂ ਪੀਸ ਰਿਸਟੋਰ ਹੋ ਜਾਏਗਾ। ਇਹ ਤਾਂ ਇੱਕ ਤਰੀਕਾ ਤਾਂ ਬਹੁਤ ਇਫੈਕਟਿਵ ਹੈ, ਬੜੀ ਵਾਰੀ ਹੋਇਆ, ਬਟ ਨਾਰਮਲੀ ਉਹਨਾਂ ਰੀਜਨਸ ਤੇ ਆਪਾਂ ਕਰਦੇ ਹਾਂ, ਐਨਮੀ ਨੇਸ਼ਨਸ ਤੇ ਕਰਦੇ ਜਿੱਥੇ ਸਾਨੂੰ ਉਹਨਾਂ ਦੇ ਲੋਕਾਂ ਨਾਲ ਕੋਈ ਪਿਆਰ ਨਾ ਹੋਵੇ। ਜਦੋਂ ਤੁਸੀਂ ਆਪਣੇ ਲੋਕ, ਆਪਣੇ ਏਰੀਆ, ਆਪਣੇ ਟਰਾਈਬਲ, ਰਾਦਾ ਸਾਡੀ origin ਉਹਨਾਂ ਤੋਂ ਹੋਈ ਹੈ ਜੀ, ਐਂਡ ਉਹ ਸਾਡੇ ਤੋਂ ਜ਼ਿਆਦਾ ਇਨੋਸੈਂਟ ਹੈ, ਸਾਡੇ ਤੋਂ ਜ਼ਿਆਦਾ ਇਲ ਟ੍ਰੇਨਡ ਹੈ, ਸਾਡੇ ਤੋਂ ਲੈਸ ਐਜੂਕੇਟਡ ਹੈ, ਸਕਿੱਲ ਨਹੀਂ ਹੈਗੇ, ਉਹਨਾਂ ਦੀ ਇੱਕ ਸਿੰਪਲ ਲਾਈਫ ਸਟਾਈਲ ਹੈ। ਉਸ ਜਗ੍ਹਾ ਤੇ ਜੇ ਤੁਸੀਂ ਵੈਪਨ ਵੰਡਣ ਲੱਗ ਪਾਓ ਤਾਂ ਉੱਥੇ ਜਿਹੜੀ ਵਾਇਲੈਂਸ ਹੋਏਗੀ ਉਹਦੀ ਵਿਸ਼ਸਨੈਸ ਕਿਤੇ ਜ਼ਿਆਦਾ ਡਿਗਰੀ ਵੱਧ ਜਾਏਗੀ। ਤਾਂ ਸੁਪਰੀਮ ਕੋਰਟ ਨੇ ਇਹੀ ਕਿਹਾ ਕਿ ਜਦੋਂ ਕਾਨੂੰਨ ਦੇ ਮੁਤਾਬਿਕ ਤੁਸੀਂ ਟ੍ਰੇਨਡ ਪੁਲਿਸ ਫੋਰਸ ਨੂੰ ਭੇਜ ਸਕਦੇ ਹੋ ਤਾਂ ਫਿਰ ਇਲ ਟ੍ਰੇਨਡ ਬੰਦਿਆਂ ਨੂੰ ਗਨਸ ਕਿਉਂ ਦਿੰਦੇ ਹੋ? ਉਹਨਾਂ ਨੂੰ ਤੁਸੀਂ ਕਿਉਂ ਆਪਣੀ ਜ਼ਿੰਮੇਵਾਰੀ ਖਤਮ ਕਰਦੇ ਹੋ? ਕਿਉਂਕਿ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ, ਜ਼ਿਆਦਾ ਟ੍ਰੇਨਿੰਗ ਦੇਣੀ ਪਏਗੀ, ਜ਼ਿਆਦਾ ਪੈਸਾ ਦੇਣਾ ਪਏਗਾ। ਉਹਨਾਂ ਨੇ 1500 ਰੁਪਏ ਦੇ ਲੈ ਕੇ ਇੱਕ ਸਪੈਸ਼ਲ ਕਰੂਡ ਜੀ ਫੋਰਸ ਬਣਾ ਕੇ ਛੱਡ ਦਿੱਤੀ ਗਈ। ਉਹ ਅਲਟੀਮੇਟਲੀ ਕੀ ਕਰਨਗੇ? ਉਹ ਬਦਲੇ ਲੈਣਗੇ, ਲੁੱਟਮਾਰ ਕਰਨਗੇ, ਉਹਨਾਂ ਦੀ ਕਾਊਂਟਰ ਵਾਇਲੈਂਸ ਹੋਰ ਹੋਏਗੀ। ਸੋ ਤੁਸੀਂ ਇੱਕ ਟ੍ਰੇਨਡ ਫੋਰਸ ਦੇ ਅੱਗੇ ਇੱਕ ਅਨਟ੍ਰੇਨਡ ਕਰੂਡ ਲੋਕਲ ਫੋਰਸ ਤਿਆਰ ਕੀਤੀ, ਆਪਣੀ ਮੇਜਰ ਰਿਸਪੌਂਸਿਬਿਲਿਟੀ ਖਤਮ ਕੀਤੀ ਜੀ। ਸ਼ਸ਼ੀਕਾਂਤ ਜੀ, ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਸਿਖਲਾਈ ਜਾਬਤਾ ਪੁਲਿਸ ਤੇ ਇੱਕ ਇਸ ਤਰੀਕੇ ਨਾਲ ਭਰਤੀ ਕੀਤੇ ਹੋਏ 15, ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਐਸਪੀਓ ਭਰਤੀ ਕੀਤੇ ਗਏ, ਤੁਸੀਂ ਕਿਵੇਂ ਦੇਖਦੇ ਹੋ? ਪਹਿਲੇ ਤਾਂ ਮੈਂ ਕਹਾਂਗਾ ਜਿਹੜਾ ਵਾਇਲੈਂਸ ਹੈਗਾ ਹੈ, ਵਾਇਲੈਂਸ ਤੇ ਮੈਂ ਕਦੇ ਪੱਖ 'ਚ ਨਹੀਂ ਰਿਹਾ ਹੈਗਾ, ਇਹਨੂੰ ਮੈਂ ਕੰਡੈਮ ਕਰਨਾ ਹੈ ਜੀ। ਦੂਜੀ, ਜੇ ਤੁਸੀਂ ਚਾਹੇ ਸਟੇਟ ਦੀ ਵੀ ਹੋਵੇ, ਹਾਂਜੀ, ਚਾਹੇ ਸਟੇਟ ਦੀ ਹੋਵੇ ਚਾਹੇ ਇੰਡੀਵਿਜੂਅਲ ਹੋ, ਆਈ ਕੰਡੈਮ ਵਾਇਲੈਂਸ ਆਫ ਆਲ ਕਾਈਂਡਸ ਜੀ। ਜਿੱਥੇ ਤੇ ਸਿਲਵਾ ਜੁਡਮ ਦਾ ਸਵਾਲ ਹੈਗਾ ਹੈ, ਸਿਲਵਾ ਜੁਡਮ ਦਾ ਇਹਨਾਂ ਨੇ ਫਾਰਮੇਸ਼ਨ ਕੀਤਾ ਸੀ 2005 'ਚ, ਜਿਹੜਾ ਕਿ ਇੱਕ ਪ੍ਰੋਬਲਮ ਸੀ। ਜਦੋਂ ਤੁਸੀਂ ਕਿਸੇ ਵਿਜੀਲੈਂਟੇ ਗਰੁੱਪਸ ਬਣਾਉਂਦੇ ਹੈਗੇ ਹੋ ਵਾਰਫੇਅਰ ਦੇ ਵਿੱਚ ਜਾਂ ਪੁਲਿਸ ਸਟ੍ਰੈਟਜੀ ਦੇ ਵਿੱਚ, ਇਹ ਬੜਾ ਪੁਰਾਣਾ ਤਰੀਕਾ ਹੈਗਾ, ਸਾਰੀ ਦੁਨੀਆ 'ਚ ਅਪਣਾਇਆ ਗਿਆ ਹੈਗਾ। ਪਰ ਨਾਰਮਲੀ ਜਦੋਂ ਵਿਜੀਲੈਂਟੇ ਗਰੁੱਪ ਤੁਸੀਂ ਬਣਾਉਂਦੇ ਹੈਗੇ ਹੋ, ਤੁਸੀਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਆਪਣੀ ਪੋਪੂਲੇਸ਼ਨ ਦੇ ਖਿਲਾਫ ਨਹੀਂ ਬਣਾਉਂਦੇ ਹੈਗੇ ਜੀ। ਇਟ ਵਾਜ਼ ਅ ਰੋਂਗ ਸਟੈਪ ਜੀ। ਪਰ ਉਹਨਾਂ ਦੀ ਮਜਬੂਰੀ ਉਸ ਵੇਲੇ ਮੈਨੂੰ ਪਤਾ ਹੈਗਾ, ਡਿਸਕਸ਼ਨਸ ਹੁੰਦੇ ਸਨ IB ਵਗੈਰਾ ਦੇ ਵਿੱਚ, ਉਹਨਾਂ ਦੀ ਕਹਿੰਦੇ ਸੀ ਮਜਬੂਰੀ ਸਾਡੀ ਇਹ ਹੈਗੀ ਹੈ ਕਿ ਜੇ ਤੁਸੀਂ ਬਸਤਰ ਤੋਂ ਅੱਗੇ ਜਾਓ ਦਾਂਤੇਵਾੜਾ ਐਂਡ ਅਬੂਜਮਾੜ ਏਰੀਆ ਦੇ ਵਿੱਚ ਜੀ, ਉੱਥੇ ਕੋਈ ਵੀ ਫੋਰਸ ਨਹੀਂ ਪੁੱਜ ਸਕਦੀ ਹੈਗੀ ਹੈ। ਹੁਣ ਵੀ ਜਿਸ ਤਰ੍ਹਾਂ ਕਹਿੰਦੇ ਅਖਬਾਰ 'ਚ ਆਇਆ ਹੈ ਕਿ 1000 ਬੰਦੇ ਇਹਨਾਂ ਨੇ ਲਾ ਦਿੱਤੇ ਹੈਗੇ ਨੇ, ਬਟ ਅਬੂਜਮਾੜ ਦੇ ਵਿੱਚ, ਦਾਂਤੇਵਾੜਾ ਦੇ ਵਿੱਚ ਉਹ ਫੋਰਸ ਕੁਝ ਨਹੀਂ ਕਰ ਸਕਦੀ ਹੈ, ਕਿਉਂਕਿ ਉਹ ਇੰਨਾ ਡੈਂਸ ਫੋਰੈਸਟ ਹੈਗਾ, ਉੱਥੇ ਸੜਕਾਂ ਨਹੀਂ ਹੈਗੀਆਂ ਨੇ, ਉੱਥੇ ਸਿਰਫ ਇੱਕ ਜਨਰਲ ਸੈਂਸ ਜਿਹੜਾ ਕਿ ਟਰਾਈਬਲਸ ਦਾ ਹੁੰਦਾ ਹੈ ਉਹੀ ਰਾਹ ਦਿਖਾ ਸਕਦੇ। ਅਸੀਂ ਵੀ ਜਦੋਂ ਉੱਥੇ ਜਾਂਦੇ ਸੀ, ਉਹਨਾਂ ਦਾ ਟਰਾਈਬਲ ਦਾ ਜਿਹੜਾ ਆਪਣਾ ਡਾਇਰੈਕਸ਼ਨ ਹੈ ਦਾ ਸੈਂਸ ਹੈਗਾ, ਉਹਦੇ ਕਰਕੇ ਜਾਂਦੇ ਸੀ। ਦੇ ਟੁਕ ਦਿਸ ਪਲੀ ਕਿ ਅਸੀਂ ਉੱਥੇ ਨਹੀਂ ਜਾ ਸਕਦੇ ਹੈਗੇ, ਤੇ ਲੋਕਲ ਜਿਹੜੇ ਹੈਗੇ ਨੇ ਉਹਨਾਂ ਨੂੰ ਟ੍ਰੇਨ ਕਰੋ, ਸਮਾਈ ਟ੍ਰੇਨਿੰਗ ਦਿਓ, ਵਟਐਵਰ ਇਟ ਇਜ਼, ਹਥਿਆਰ ਦੇ ਦਿਓ। ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਉਹ ਜਿਹੜਾ ਗਰੁੱਪ ਸੀ, ਉਹ ਗਰੁੱਪ ਆਪ ਹੀ ਆਪਣਾ ਜਿਹੜਾ ਸੈਲਫ ਇੰਟਰਸਟ ਹੈਗਾ ਉਹਨੂੰ ਹੀ ਫੁਲਫਿਲ ਕਰਨ 'ਚ ਲੱਗ ਗਿਆ, ਲੂਟਾਂ ਖੋਹਾਂ ਐਟਸੈਟਰਾ ਐਟਸੈਟਰਾ। ਦੂਜਾ ਜਿਹੜਾ ਇਹਨੇ ਦੋਸ਼ ਲਾਇਆ ਹੈਗਾ PWG ਗਰੁੱਪਸ ਨੇ, ਤੇ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਉਹਦੇ 'ਚ ਥੋੜਾ ਜਿਹਾ ਤੱਥ ਹੈਗਾ, ਕਿਉਂਕਿ ਉਸ ਵੇਲੇ ਜਦੋਂ ਪਾਲਿਸੀ ਬਣੀ ਸੀ ਸਿਲਵਾ ਜੁਡਮ ਦੀ, ਉਹਦੇ 'ਚ ਇਹ ਸੀ ਕਿ ਇਹ ਜਿਹੜਾ ਇਨਫੈਸਟਡ ਏਰੀਆ ਹੈਗਾ, ਇਹਦੇ 'ਚ ਸਾਰੇ ਜਿੰਨੇ ਟਰਾਈਬਲਸ ਹੈਗੇ ਨੇ ਇਹਨਾਂ ਨੂੰ ਉੱਥੇ ਕੱਢ ਕੇ ਕਿਸੇ ਹੋਰ ਥਾਂ ਤੇ ਤੁਸੀਂ ਸੈਟਲ ਕਰ ਦਿਓ, ਇਹਨਾਂ ਨੂੰ ਇੱਕ ਥਾਂ ਤੋਂ ਉਜਾੜ ਕੇ ਦੂਜੀ ਥਾਂ ਤੇ ਸੈਟਲ ਕਰ ਦਿਓ, ਤਾਂ ਕਿ ਰਸਤਾ ਜਿਹੜਾ ਹੈਗਾ, ਇੱਕ ਤੇ ਜਦੋਂ ਖਾਲੀ ਏਰੀਆ ਹੈਗਾ, ਉਹਨਾਂ ਨੇ ਕਿਹਾ ਸਾਡਾ ਜਿਹੜਾ ਦਾਂਤੇਵਾੜਾ ਹੈਗਾ ਲਿਬਰੇਟਡ ਜ਼ੋਨ ਹੈਗਾ ਜੀ। 8 ਸਟੇਟਸ ਦੇ ਜਿਹੜੇ ਲੈਫਟ ਵਿੰਗ ਐਕਸਟ੍ਰੀਮਿਸਟ ਹੈਗੇ ਨੇ, ਦੇ ਆਰ ਸਟੇਇੰਗ ਦੇਅਰ, ਉੱਥੇ ਕੋਈ ਵੀ ਸਟੇਟ ਦੀ ਪੁਲਿਸ ਫੋਰਸ ਨਹੀਂ ਪੁੱਜ ਸਕਦੀ ਹੈ। ਦੇ ਸੈਡ ਦੈਟ ਇਸ ਲਿਬਰੇਟਡ ਜ਼ੋਨ ਸਾਡਾ ਹੈਗਾ ਜੀ, ਜਿਹਦੇ ਕੋਈ ਹੋਰ ਬੰਦਾ ਨਹੀਂ ਪੁੱਛ ਸਕਦਾ ਹੈਗਾ। ਬਟ ਅਗੇਨ ਪਾਲਿਸੀ ਜਿਹੜੀ ਸੀ ਸਿਲਵਾ ਜੁਡਮ ਦੀ, ਦੈਟ ਵਾਸ ਟੋਟਲੀ ਰੋਂਗ। ਉਹਦੇ ਕਰਕੇ ਕਾਫੀ ਹੱਤਿਆएं ਹੋਈ, ਕਾਫੀ ਕੁਝ ਹੋਇਆ ਹੈਗਾ।
ਕੋਈ ਵੀ ਸਮੱਸਿਆ ਹੁੰਦੀ ਹੈ ਉਹਦਾ ਹੱਲ ਜਿਹੜਾ ਹੈਗਾ ਬੰਦੂਕ ਤੋਂ ਨਹੀਂ ਹੋ ਸਕਦਾ, ਗੱਲਬਾਤ ਕਰਕੇ ਹੋ ਸਕਦਾ ਹੈ ਜੀ। ਠੀਕ ਹੈ, ਉਹਨਾਂ ਦੀ ਆਪਣੀ ਆਈਡੀਓਲੋਜੀ ਹੈ, ਉਹ ਜੇ ਕਹਿੰਦੇ ਹੈਗੇ ਕਿ ਸਾਡਾ ਲਿਬਰੇਟਡ ਜ਼ੋਨ ਹੈਗਾ, ਦੈਟਸ ਰੋਂਗ। ਇੰਡੀਆ ਦੇ ਵਿਚਕਾਰ ਲਿਬਰੇਟਡ ਜ਼ੋਨ ਨਹੀਂ ਹੋ ਸਕਦਾ ਹੈਗਾ। ਜਦੋਂ ਉਹਨਾਂ ਨੇ ਬੰਦੇ ਅਗਵਾ ਕੀਤੇ ਨੇ, ਉਹਨਾਂ ਨਾਲ ਗੱਲਬਾਤ ਵੀ ਹੋਈ ਹੈ, ਕਈ ਵਾਰ ਉਹਨਾਂ ਨੇ ਬੰਦੇ ਛੱਡੇ ਵੀ ਨੇ। ਉਹੀ ਮੈਂ ਕਿਹਾ, ਬਿਕੋਜ਼ ਇਸ ਮੈਟਰ ਇਸ ਤਰ੍ਹਾਂ ਦਾ ਹੈਗਾ ਜਿੱਥੇ ਟੋਟਲੀ ਦੋਵਾਂ ਸਾਈਡਾਂ ਤੋਂ ਟੋਟਲ ਡਿਸਟਰਸਟ ਹੈਗਾ ਜੀ। ਇਹਦੇ ਵਿੱਚ ਲੋੜ ਸੀ ਕਿ ਪ੍ਰੋਪਰ ਜਿਹੜੇ ਇਹਨਾਂ ਦੇ ਇੰਟਰਮੀਡੀਏਟਰੀਜ਼ ਹੈਗੇ ਨੇ ਉਹਨਾਂ ਨੂੰ ਮਿਲਾ ਕਰਕੇ, ਉਹਨਾਂ ਨੂੰ ਬਿਠਾ ਕਰਕੇ ਹੌਲੀ ਹੌਲੀ ਗੱਲ ਕਰਕੇ ਜਿਹੜੀ ਗੱਲ 60s ਤੋਂ ਚਲੀ ਆ ਰਹੀ ਹੈਗਾ 2013 ਹੈਗਾ, ਉਹਦਾ ਸੋਲੂਸ਼ਨ ਓਵਰਨਾਈਟ ਨਹੀਂ ਹੋ ਸਕਦਾ ਹੈਗਾ। ਤੇ ਇਸ ਗੱਲ ਦਾ ਵੀ ਸੋਲੂਸ਼ਨ ਅਲਟੀਮੇਟਲੀ ਟਾਕਸ ਦੇ ਦੁਆਰਾ ਗੱਲਬਾਤ ਕਰਕੇ ਹੀ ਹੋਏਗਾ। ਹਥਿਆਰ ਚੱਕਣਾ, ਚਾਹੇ ਸਿਕਿਉਰਿਟੀ ਫੋਰਸਸ ਹੈਗੀਆਂ ਨੇ, ਚਾਹੇ ਲੈਫਟ ਵਿੰਗ ਐਕਸਟ੍ਰੀਮਿਸਟ ਹੈਗੇ ਨੇ, ਦੈਟ ਇਜ਼ ਨੋ ਸੋਲੂਸ਼ਨ। ਦਰਿੰਦਰ ਜੀ, ਜਿਹੜੀ ਤੁਸੀਂ ਦਲੀਲ ਦੇ ਰਹੇ ਹੋ ਕਿ ਜਦੋਂ ਇੱਕ ਜੰਗ ਲੱਗੀ ਹੋਈ ਹੈ ਤੇ ਜੰਗ ਨੂੰ ਜੰਗ ਵਾਂਗ ਲੜਨਾ ਚਾਹੀਦਾ, ਕਿਉਂਕਿ ਉਹ ਸਾਡੇ ਆਪਣੇ ਮੁਲਕ ਦੇ ਉਸੇ ਸੰਵਿਧਾਨ ਜਿਹੜਾ ਪਹਿਲਾ ਸ਼ਬਦ ਹੈ ਕਿ ਅਸੀਂ ਹਿੰਦੁਸਤਾਨ ਦੇ ਵਾਸੀ, ਉਹਦੇ ਵਿੱਚ ਉਨੀ ਕੀ ਐਂਟਾਈਟਲਮੈਂਟ ਉਹਨਾਂ ਦੀ ਹੈ, ਉਨੀ ਕਿ ਤੁਹਾਡੀ ਹੈ। ਪਰ ਜਦੋਂ ਅਸੀਂ ਇਸ ਕਿਸਮ ਦੀ ਗੱਲ ਕਰਦੇ ਹਾਂ ਤੇ ਐਦਾਂ ਨਹੀਂ ਲੱਗਦਾ ਕਿ ਅਸੀਂ ਕਿਸੇ ਦੂਜੇ ਮੁਲਕ ਦੇ ਉੱਤੇ ਹਮਲਾ ਕਰਨ ਜਾ ਰਹੇ ਹੋਈਏ? ਨਹੀਂ, ਮੈਂ ਜੋ ਵਰਡ ਯੂਜ਼ ਕੀਤਾ ਕਿ ਇਟ ਇਜ਼ ਵਾਰ ਔਨ ਡੈਮੋਕ੍ਰੇਸੀ ਜੀ। ਇਟ ਇਜ਼ ਨਾਟ ਤੁਸੀਂ ਪਹਿਲਾਂ ਕੀਤਾ ਸੀ, ਦੂਜੀ ਵਾਰ ਤੁਸੀਂ ਵਾਰ ਫਿਰ ਕਿਹਾ। ਬੇਸਿਕਲੀ that idea is very clear, it is war on democracy। ਉਹ ਕੋਈ ਇੰਟਰਨਲ ਵਾਰ ਦੀ ਆਪਾਂ ਗੱਲ ਨਹੀਂ ਕਰ ਰਹੇ ਹਾਂ ਜੀ। ਸੋ ਮੇਰਾ ਕਹਿਣਾ ਇਹ ਹੈ ਕਿ ਆਪਾਂ ਜੇ ਇਹ ਕਹੀਏ ਕਿ ਸਿਰਫ ਗੱਲਬਾਤ ਨਾਲ ਹੀ ਗੱਲ ਸੁਲਝ ਜਾਊਗੀ ਤਾਂ ਸ਼ਾਇਦ ਸਿਰਫ ਗੱਲਬਾਤ ਨਾਲ ਵੀ ਨਹੀਂ ਸੁਲਝਣੀ। ਆਪਾਂ ਕਹੀਏ ਸਿਰਫ ਬੰਦੂਕ ਚੱਕ ਕੇ ਹੀ ਸੁਲਝ ਜਾਊਗੀ ਤਾਂ ਸਿਰਫ ਬੰਦੂਕ ਨਾਲ ਵੀ ਨਹੀਂ ਸੁਲਝਣੀ। ਥੀਸ ਵਿਲ ਬੀ ਵੈਰੀ ਸਿੰਪਲਿਸਟਿਕ ਸੋਲੂਸ਼ਨਸ। ਇੰਨਾ ਸਿੰਪਲਿਸਟਿਕ ਸੋਲੂਸ਼ਨ ਆਪਾਂ ਸਾਰੇ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਇੰਨਾ ਸਿੰਪਲਿਸਟਿਕ ਸੋਲੂਸ਼ਨ ਨਹੀਂ ਹੈ ਜੀ। ਕਿਤੇ ਨਾ ਕਿਤੇ ਸ਼ਾਇਦ ਜਿਹੜੀ ਜਿੱਦਾਂ ਹੁਣ ਪੁਲਿਸ ਫੋਰਸ ਹੋਰ ਲੱਗੀ ਹੈ, ਹੋਰ ਪੈਰਾਮਿਲਟਰੀ ਫੋਰਸਸ ਪਹੁੰਚ ਰਹੀਆਂ, ਇੱਕ ਪ੍ਰੈਸ਼ਰ ਐਗਜ਼ਰਟ ਹੋਏਗਾ ਜਿਹਦੇ ਨਾਲ ਉਹਨਾਂ ਨੂੰ ਵੀ ਸ਼ਾਇਦ ਥੋੜੀ ਮਜਬੂਰੀ ਹੋਏਗੀ ਕਿ ਆ ਕੇ ਟੇਬਲ ਦੇ ਉੱਤੇ ਬੈਠ ਕੇ ਡਿਸਕਸ਼ਨ ਕਰਨੀ ਹੀ ਪਏਗੀ। ਉਹ ਪ੍ਰੈਸ਼ਰ ਬਿਲਡ ਕਰਨਾ ਪਏਗਾ ਉਹਨਾਂ ਦੇ ਉੱਪਰ ਵੀ। ਲੇਕਿਨ ਦੋਨਾਂ ਚੋਂ ਇੱਕੋ ਹੀ ਸੋਲੂਸ਼ਨ ਚੱਲੇਗਾ? ਮੇਰਾ ਖਿਆਲ ਨਹੀਂ, ਦੋਨਾਂ ਚੋਂ ਕੋਈ ਸਿੰਗਲ ਸੋਲੂਸ਼ਨ ਨਹੀਂ ਚੱਲੇਗਾ ਜੀ। ਸ਼ਸ਼ੀਕਾਂਤ ਜੀ, ਇੱਕ ਜਿਹੜਾ ਸਵਾਲ ਹੁਣ ਇਹ ਬਾਰ-ਬਾਰ ਆ ਰਿਹਾ ਹੈ ਕਿ ਉੱਥੇ ਫੌਜ ਲਗਾ ਦੇਣੀ ਚਾਹੀਦੀ ਹੈ ਜਾਂ ਉੱਥੇ ਜਿਹੜੀ CRPF ਦੀ ਜਿਹੜੀ ਨਫਰੀ ਆ ਉਹ ਵਧਾ ਦੇਣੀ ਚਾਹੀਦੀ ਹੈ, ਤੁਸੀਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ? ਇਹਨੂੰ ਮੈਂ ਇਸ ਤਰ੍ਹਾਂ ਦੇਖਾਂਗਾ, ਜਿਹੜਾ PWDs ਦੀ ਸਟ੍ਰੈਟਜੀ ਹੈਗੀ ਹੈ ਉਹ ਇਹਨਾਂ ਦੀ ਇਹ ਰਹੀ ਹੈਗੀ ਹੈ, ਵੈਸਟ ਬੰਗਾਲ ਤੋਂ ਲੈ ਕਰਕੇ ਕਸ਼ਮੀਰ ਤੱਕ ਦੇ ਵਾਂਟ ਟੂ ਹੈਵ ਅ ਜ਼ੋਨ ਜੀ, ਜਿਹੜਾ ਕਿ ਇੰਡੀਆ ਦੇ ਉਸ ਹਿੱਸੇ ਨੂੰ ਲੈ ਕਰਕੇ ਕਸ਼ਮੀਰ ਤੱਕ ਟੱਚ ਕਰਦੇ। ਤੁਹਾਨੂੰ ਪਤਾ ਹੋਵੇਗਾ ਕੁਝ ਸਾਲ ਪਹਿਲੇ, 2 ਸਾਲ ਪਹਿਲੇ ਸ਼ਾਇਦ ਰਿਪੋਰਟਸ ਆਈ ਸਨ ਕਿ ਜਿਹੜੇ ਲੈਫਟ ਵਿੰਗ ਐਕਸਟ੍ਰੀਮਿਸਟ ਸਨ ਇਹ ਕੈਥਲ ਤੱਕ ਆ ਗਏ ਸਨ। ਕੈਥਲ 'ਚ ਰਿਕਵਰੀ ਹੋਈ ਸੀ ਆਰਮਸ ਐਮੂਨੀਸ਼ਨ ਦੀ, ਇਹਨਾਂ ਦੇ ਲਿਟਰੇਚਰ ਦੀ, ਇਹਨਾਂ ਦੀ ਕਿਹੜੀ ਕੰਪਨੀ ਫਾਰਮੇਸ਼ਨ ਕਿਸ ਤਰ੍ਹਾਂ ਹੈਗੀ ਹੈ, ਇਹਨਾਂ ਦੀ ਵਾਰ ਟੈਕਟਿਕਸ ਕੀ ਹੈਗੀ, ਇਹਨਾਂ ਸਾਰੀ ਚੀਜ਼ ਦੀ ਗੱਲ ਆਈ ਸੀ ਜੀ। ਈਵਨ ਇਨ ਪੰਜਾਬ, ਜਦੋਂ ਮੈਂ ADGP ਇੰਟੈਲੀਜੈਂਸ ਸੀ ਉਸ ਵੇਲੇ ਵੀ ਅਸੀਂ ਰਿਪੋਰਟ ਬਣਾਈ ਸੀ। ਹਰ SSP ਨੂੰ, ਹਰ DC ਨੂੰ ਦੱਸਿਆ ਗਿਆ ਸੀ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਹਾਲਾਤ ਪੈਦਾ ਹੋ ਰਹੇ ਨੇ। ਇਹਨਾਂ ਦੀ ਸਵਾਲ ਦਾ ਜਵਾਬ ਤੇ ਤੁਹਾਡੇ ਸਵਾਲ ਦਾ ਜਵਾਬ ਜੀ। ਇਹ ਠੀਕ ਹੈਗਾ ਹੈ ਕਿ ਇਸ ਗੱਲ ਦਾ ਸੋਲੂਸ਼ਨ ਕੰਪਲੈਕਸ ਹੈਗਾ ਹੈ ਜੀ, ਹੋ ਸਕਦਾ ਹੈਗਾ ਪ੍ਰੈਸ਼ਰ ਵੀ ਐਗਜ਼ਰਟ ਕਰਨਾ ਪਏਗਾ, ਬਟ ਅਲਟੀਮੇਟਲੀ। ਪਰ ਸ਼ਸ਼ੀਕਾਂਤ ਜੀ, ਜਿਹੜਾ ਤੁਸੀਂ ਜਦੋਂ ਕਹਿੰਦੇ ਹੋ ਕਿ ਕੰਪਲੈਕਸ ਹੈ, ਇਸ ਸ਼ਬਦ ਤੋਂ ਬਿਨਾ ਬਾਕੀ ਗੱਲ ਦੇ ਵਿੱਚ ਕਿਤੇ ਕੰਪਲੈਕਸਿਟੀ ਨਹੀਂ ਤੁਹਾਡੀ 'ਚ। ਪੁਲਿਸ ਕੋਲ ਜਾਣਕਾਰੀ ਆਈ ਹੈ, ਪੁਲਿਸ ਉਹਦਾ ਜਵਾਬ ਦੀ ਤਿਆਰੀ ਕਰ ਰਹੀ ਹੈ। ਜਦੋਂ ਪੁਲਿਸ ਕੋਲ ਜਾਣਕਾਰੀ ਆਈ ਹੈ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਗ੍ਰਿਫਤਾਰੀਆਂ ਪੰਜਾਬ ਦੇ ਆਲੇ ਦੁਆਲੇ ਹੋਈਆਂ ਸੀ, ਜੋ ਦਸਤਾਵੇਜ਼ ਪੇਸ਼ ਕੀਤੇ ਗਏ ਸੀਗੇ ਪੁਲਿਸ ਵੱਲੋਂ ਕਿ ਇਹ ਫੜੇ ਗਏ ਨੇ, ਉਹਨਾਂ ਦੇ ਵਿੱਚ ਲਿਖਿਆ ਗਿਆ ਸੀ ਪੰਜਾਬ ਦੇ ਵਿੱਚ ਇਸ ਕਿਸਮ ਦੇ ਮਸਲੇ ਨੇ, ਇਸ ਕਿਸਮ ਦੀਆਂ ਸਮੱਸਿਆਵਾਂ ਨੇ, ਇਸ ਕਾਰਨ ਇੱਥੇ ਨਕਸਲਵਾਦ ਦੀ ਸੰਭਾਵਨਾ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ। ਕੀ ਪੁਲਿਸ ਵੱਲੋਂ ਸਰਕਾਰ ਨੂੰ ਇਹ ਵੀ ਕੋਈ ਸਲਾਹ ਦਿੱਤੀ ਗਈ ਕਿ ਪਾਲਿਸੀ ਲੈਵਲ ਦੇ ਉੱਤੇ ਇਸ ਕਿਸਮ ਦੀ ਤਬਦੀਲੀ ਕਰੋ? ਜੀ ਹਾਂ, ਇਸ ਗੱਲ ਤੇ ਮੈਂ ਓਕੇ ਆਲ ਰਿਵੀਲ ਅ ਸੀਕ੍ਰੇਟ ਜੀ, ਤੇ ਆਪਣੇ CM ਸਾਹਿਬ ਦੀ ਮੈਂ ਇਹਦੇ 'ਚ ਤਾਰੀਫ ਕਰਨਾ ਚਾਹਾਂਗਾ ਜੀ। ਠੀਕ ਹੈ, ਜਿਹੜੇ ਮੇਰੇ ਡਿਫਰੈਂਸਿਸ ਹੈਗੇ ਨੇ ਉਹਨਾਂ ਦੇ ਨਾਲ ਹੈਗੇ ਨੇ। ਦੂਜੀ ਗੱਲ ਹੈਗੀ ਹੈ, ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਸੀ, ਜਿਹੜੇ ਕਿ ਸਾਡੇ ਫਾਰਮਰ ਗਰੁੱਪ ਹੈਗੇ ਨੇ ਜਿਹੜੇ ਕਿ ਇਸ ਆਈਡੀਓਲੋਜੀ ਨੂੰ ਲੈ ਕੇ ਪਰਸੂ ਕਰ ਰਹੇ ਸਨ, ਜਦੋਂ ਟਰਬਲ ਸ਼ੁਰੂ ਹੋਏਗੀ ਬਰਨਾਲਾ ਸੰਗਰੂਰ ਦੇ ਇਲਾਕੇ 'ਚ, ਉਹਨਾਂ ਨੇ ਉੱਥੇ ਉਹਨਾਂ ਨੂੰ ਸੱਦ ਕੇ ਗੱਲਬਾਤ ਕਰਕੇ ਉਹਨਾਂ ਦੀ ਸਮੱਸਿਆਵਾਂ ਦਾ ਅੰਤ ਕੀਤਾ। DCs ਵਰ ਆਸਕਡ ਬਾय ਦ CM ਸਾਹਿਬ ਕਿ ਤੁਸੀਂ ਇਹਨੂੰ 24 ਘੰਟੇ ਦੇ ਅੰਦਰ ਨਿਜੇਟ ਕਰਕੇ ਮੈਨੂੰ ਦੱਸੋ ਜੀ। That is the way to solve the problem। ਜਿਹੜੀ ਪ੍ਰੋਬਲਮ 1960 ਦੇ ਜਿਹੜਾ ਦਸ਼ਕ ਚੱਲ ਰਿਹਾ ਸੀ ਉਸ ਵੇਲੇ ਇਸ ਤਰੀਕੇ ਨਾਲ ਸੋਲਵ ਕਰਨੀ ਚਾਹੀਦੀ ਸੀ, ਨਹੀਂ ਕੀਤੀ। ਇਸ ਕਰਕੇ ਮੈਂ ਕਹਿ ਰਿਹਾ ਹੈਗਾ ਕਿ ਅੱਜ ਜਿਹੜੀ ਕੰਪਲੈਕਸ ਸਿਚੁਏਸ਼ਨ ਬਣੀ ਹੈ, that is because and on account of government ਦੀ ਜਿਹੜੀ ਲੈਥਾਰਜੀ ਹੈਗੀ ਉਹਦੇ ਕਰਕੇ। ਬੈਂਸ ਸਾਹਿਬ, ਆਖਰੀ ਟਿੱਪਣੀ। ਯੂ ਸੀ ਮੋਰ ਡੈਮੋਕ੍ਰੇਸੀ। ਜਦੋਂ ਕਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਅਮਰੀਕਨ ਡੈਕਲੇਰੇਸ਼ਨ ਜਦੋਂ ਆਇਆ ਸੀ, ਉਦੋਂ ਲਿਖਿਆ ਸੀ ਵੀ ਆਲ ਮੈਨ ਆਰ ਕ੍ਰੀਏਟਡ ਇਕੁਅਲ। ਉਸ ਵੇਲੇ ਅਮਰੀਕਾ ਵਿੱਚ ਆਲ ਮੈਨ ਦੇ ਵਿੱਚ ਕੋਈ ਬਲੈਕ ਨਹੀਂ ਸੀ, ਕੋਈ ਵੂਮਨ ਨਹੀਂ ਸੀ, ਕੋਈ ਜਿਹੜਾ ਵਾਈਟ ਗਰੀਬ ਨਹੀਂ ਸੀ। ਉਹ ਆਲ ਮੈਨ ਸਿਰਫ ਪ੍ਰੋਪਰਟੀ ਅਮੀਰ ਗੋਰਾ ਸੀ, ਅਮੀਰ ਗੋਰਾ ਸੀ। ਔਰ ਜਿਸ ਜੈਫਰਸਨ ਨੇ ਲਿਖਿਆ ਸੀ ਉਹਦੇ ਕੋਲ ਉਸ ਵੇਲੇ 200 ਸਲੇਵ ਸੀ, ਗੁਲਾਮ ਸੀ। ਉਸ ਦੇ ਬਾਵਜੂਦ ਉਹ ਸ਼ਬਦ ਦੇ ਸਕੇ ਵੀ
ਵੀ ਆਲ ਮੈਨ ਆਰ ਕ੍ਰੀਏਟਡ ਜੀ। ਇਕੁਅਲ। ਇਸ ਕਰਕੇ ਜਿਹੜਾ ਸਾਡਾ ਕਨਸਟੀਟਿਊਸ਼ਨ ਦਾ ਵੀ ਦਾ ਪੀਪਲ ਹੈ ਉਹਦੇ ਵਿੱਚ ਸਰਟਨਲੀ ਟ੍ਰਾਈਬਲਸ ਨਹੀਂ ਆਉਂਦੇ। ਜੇ ਆਉਂਦੇ ਹੁੰਦੇ ਤਾਂ ਇਹ ਸਮੱਸਿਆ ਆ ਹੀ ਨਹੀਂ ਸਕਦੀ ਸੀ ਜੀ। ਹਲੇ ਹੁਣ ਜਿਹੜੇ ਅਸੀਂ ਕਾਨੂੰਨ ਦੇ ਮੁਤਾਬਿਕ ਇਹਨਾਂ ਨੂੰ ਰਾਈਟਸ ਦਿੱਤੇ ਆ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਸੇ ਵੀ ਤਰੀਕੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਸਰਟਨਲੀ ਮਿਲਟਰੀ ਪ੍ਰੈਜ਼ੈਂਸ ਇਜ਼ ਰਿਕੁਆਇਰਡ, ਸਰਟਨਲੀ ਪੁਲਿਸ ਪ੍ਰੈਜ਼ੈਂਸ ਇਜ਼ ਰਿਕੁਆਇਰਡ, ਸਰਟਨਲੀ ਬਟ ਅ ਪ੍ਰੋਫੈਸ਼ਨਲ ਫੋਰਸ, not a ਲੁੱਟ ਮਾਰੂ ਫੋਰਸ। ਜੀ, ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ। ਮੈਨੂੰ ਲੱਗਦਾ ਕਿ ਬਹੁਤ ਪੇਚੀਦਾ ਮਸਲਾ ਤੇ ਇਹਦੇ ਤੇ ਹੋਰ ਸੰਜੀਦਗੀ ਨਾਲ ਗੱਲ ਹੋਣੀ ਚਾਹੀਦੀ ਆ। ਹਾਲੇ ਤਾਂ ਜਿਸ ਕਿਸਮ ਦਾ ਮਾਹੌਲ ਆ ਉਹਦੇ ਵਿੱਚ ਬਹੁਤ ਤਿੱਖੀ ਦਲੀਲ ਚੱਲ ਰਹੀ ਹੈ ਕਿ ਸਿਰਫ ਫੌਜ ਹੀ ਕਰ ਸਕਦੀ ਹੈ ਜਾਂ ਸਿਰਫ ਮਿਲਟਰੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਹੋਰ ਵੀ ਕੋਈ ਹੋਣਾ ਚਾਹੀਦਾ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਮੁੱਦੇ ਉੱਤੇ ਜਾਰੀ ਬਹਿਸ ਵਿੱਚ ਦਲੀਲਾਂ ਬਹੁਤ ਤਿੱਖੀਆਂ ਨੇ, ਮਾਹੌਲ ਬਹੁਤ ਭਾਵੁਕ ਹੈ। ਆਪਾਂ ਇੱਕੋ ਸਵਾਲ ਨਾਲ ਅੱਜ ਦਾ ਪ੍ਰੋਗਰਾਮ ਖਤਮ ਕਰਨਾ ਹੈ। ਜੇ ਹਿੰਸਾ ਅਤੇ ਜਵਾਬੀ ਹਿੰਸਾ ਦਾ ਚੱਕਰ ਚੱਲਣਾ ਹੈ, ਜੇ ਮਨੁੱਖੀ ਹਕੂਕ ਅਤੇ ਸ਼ਹਿਰੀ ਆਜ਼ਾਦੀਆਂ ਦੀ ਬਲੀ ਦੇਣੀ ਜ਼ਰੂਰੀ ਹੈ, ਤਾਂ ਸਾਡੇ ਮੁਲਕ ਦੇ ਸੰਵਿਧਾਨ ਨਾਲ ਕੀ ਰਿਸ਼ਤਾ ਬਣਦਾ ਹੈ? ਇਸ ਰਿਸ਼ਤੇ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਕਿਸ ਸਿਰ ਪੈਂਦੀ ਹੈ? ਇਸ ਸਵਾਲ ਦਾ ਜਵਾਬ ਬੰਦੂਕ ਨਾਲ ਪੁੱਛਿਆ ਨਹੀਂ ਜਾ ਸਕਦਾ। ਇਸ ਸਵਾਲ ਦਾ ਜਵਾਬ ਬੰਦੂਕ ਨਾਲ ਦਿੱਤਾ ਨਹੀਂ ਜਾ ਸਕਦਾ। ਤੁਸੀਂ ਇਹ ਸੋਚੋ ਕਿ ਇਹ ਸਵਾਲ ਸਾਡੇ ਲਈ ਕਿੰਨਾ ਮਾਇਨੇ ਰੱਖਦਾ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।